ਅੰਮ੍ਰਿਤਸਰ ਪੇਜ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਸਵਾਗਤ ਹੈ। 48 ਨੰਬਰ ਵਾਰਡ ਤੋਂ ਜਰਨੈਲ ਸਿੰਘ ਢੋਡ ਜਿਹੜੇ ਪਿਛਲੇ 20 ਸਾਲਾਂ ਤੋਂ ਬੀਜੇਪੀ ਦੀ ਸੇਵਾ ਕਰ ਰਹੇ ਆ ਰਹੇ ਔਰ 2 ਵਾਰੀ ਕੌਂਸਲਰ ਬਣੇ ਨੇ। 10 ਸਾਲ ਹੋ ਗਏ ਨੇ ਸੇਵਾ ਕਰਦਿਆਂ। ਢੋਡ ਸਾਹਿਬ ਕੀ ਸੋਚ ਕੇ ਆਏ ਬੀਜੇਪੀ 'ਚ? ਕੀ ਮਨ 'ਚ ਤੁਹਾਡੇ ਵਿਚਾਰ ਆਇਆ ਕਿ ਤੁਸੀਂ ਬੀਜੇਪੀ ਦੀ ਸੇਵਾ ਕਰਨੀ ਹੈ? ਸਭ ਤੋਂ ਪਹਿਲਾਂ ਅੰਮ੍ਰਿਤਸਰ ਨਿਊਜ਼ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਇਸ ਵੀਰ ਨੂੰ ਆਪਣੇ ਚੈਨਲ ਦੇ ਥਰੂ ਲੋਕਾਂ ਦੇ ਵਿੱਚ ਭੇਜਣ ਲਈ ਸੋਚਿਆ। ਮੈਂ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਹਾਨੂੰ ਜੀ ਆਇਆਂ ਨੂੰ ਆਖਦਾ ਕਿ ਤੁਸੀਂ ਦਾਸ ਨੂੰ ਚੁਣਿਆ, ਮੇਰੇ ਵਿਚਾਰ ਸੰਗਤ ਦੇ ਅੱਗੇ ਰੱਖਣ ਵਾਸਤੇ ਆਏ ਹੋ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ, ਮੈਂ ਆਪਣੇ ਦਾਦਾ ਜੀ ਤੋਂ ਪ੍ਰੇਰਿਤ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਲੋਕ ਸੇਵਾ ਕਰਦੇ ਸਨ ਔਰ ਉਹਨਾਂ ਦੀ ਇੱਕ ਖਾਸੀਅਤ ਸੀ ਕਿ ਜਿਹੜੇ ਕੰਮ ਪਬਲਿਕ ਤੌਰ ਤੇ ਨਹੀਂ ਹੁੰਦੇ ਸੀ ਨਾ ਤੇ ਉਹਨਾਂ ਨੂੰ ਸ਼ਹੀਦਾਂ ਸਾਹਿਬ ਲੈ ਜਾਂਦੇ ਸੀ, ਉੱਥੇ ਅਰਦਾਸ ਕਰਕੇ ਪਰਚੀ ਪਾ ਦਿੰਦੇ ਸੀ ਕਿ ਇਹ ਕੰਮ ਮਹਾਰਾਜ ਤੁਸੀਂ ਕਰਨਾ ਤੇ ਤੁਹਾਡੇ ਕੋਲ ਸੰਗਤ ਤੁਹਾਡੀ ਆ ਕੇ ਬਹਿ ਗਈ। ਤੇ ਉਹ ਫੈਸਲੇ ਜਿਹੜੇ ਕਦੀ ਨਹੀਂ ਮੁੱਕੇ ਸੀ, ਉਹਨਾਂ ਨੇ ਗੁਰੂ ਘਰ ਬਿਠਾ ਕੇ ਨਿਬੇੜੇ ਤੇ ਉਹਨਾਂ ਦੀਆਂ ਗੱਲਾਂ ਤੋਂ ਅਸੀਂ ਪ੍ਰੇਰਿਤ ਸੀ। ਫਿਰ ਸਾਨੂੰ ਸੇਵਾ ਦਾ ਸ਼ੌਂਕ ਸੀ ਬੜਾ। ਸ਼ੁਰੂ ਤੋਂ ਅਸੀਂ ਪਾਰਟੀ ਦੇ ਵਿੱਚ ਸੇਵਾ ਵਾਸਤੇ ਆਏ ਹਾਂ ਔਰ ਜਦੋਂ ਅਸੀਂ ਸਾਰੇ ਪਾਸੇ ਸਾਰੀਆਂ ਪਾਰਟੀਆਂ ਵੱਲ ਧਿਆਨ ਮਾਰਿਆ ਤੇ ਸਾਨੂੰ ਇੱਕੋ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਨਜ਼ਰ ਆਉਂਦੀ ਸੀ ਕਿ ਜਿਹਦੇ ਵਿੱਚ ਸੇਵਾ ਦੇ ਨਾਲ ਕੰਮ ਚੱਲਦਾ ਹੈ। ਇਹ ਪ੍ਰੋਫੈਸ਼ਨਲ ਪਾਰਟੀ ਨਹੀਂ ਹੈ। ਹੋਰ ਪਾਰਟੀਆਂ ਦੇ ਵਿੱਚ ਤੁਹਾਨੂੰ ਪਤਾ ਅੱਜ ਕੱਲ੍ਹ ਪੋਲੀਟਿਕਸ ਵੀ ਸਾਰੀ ਪ੍ਰੋਫੈਸ਼ਨਲਿਜ਼ਮ ਹੋ ਗਿਆ। ਇਸ ਕਰਕੇ ਅਸੀਂ ਬੀਜੇਪੀ ਨੂੰ ਜੁਆਇਨ ਕੀਤਾ ਔਰ ਬੀਜੇਪੀ ਦੇ ਵਿੱਚ ਅਸੀਂ ਬਖੂਬੀ ਬਹੁਤ ਵਧੀਆ ਰੋਲ ਪਲੇ ਕਰ ਰਹੇ ਹਾਂ ਔਰ ਸਾਨੂੰ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਸਹਿਯੋਗ ਹੈ ਜਿਸ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਆਪਣੀ ਪਛਾਣ ਬਣਾ ਰਹੇ ਹਾਂ ਔਰ ਲੋਕਾਂ ਦੀ ਸੇਵਾ ਕਰ ਰਹੇ ਹਾਂ। ਢੋਡ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਦ ਅਧਿਕਾਰੀ ਚੁਣੇ ਗਏ ਨੇ ਤਰੁਣ ਚੁੱਗ ਜੀ। ਬੀਜੇਪੀ 'ਚ ਕੀ ਮਾਹੌਲ ਹੈ, ਕਿੰਨਾ ਕੁ ਜੋਸ਼ ਹੈ ਇਸ ਵੇਲੇ? ਤੁਸੀਂ ਅੰਮ੍ਰਿਤਸਰ ਪੇਜ ਦੇ ਰਾਹੀਂ ਦੱਸਣਾ ਥੋੜ੍ਹਾ ਜਿਹਾ। ਬੀਜੇਪੀ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਔਰ ਅੰਮ੍ਰਿਤਸਰ ਬੀਜੇਪੀ ਨੂੰ ਬਹੁਤ ਵੱਡਾ ਮਾਣ ਮਿਲਿਆ ਕਿ ਪਾਰਟੀ ਦੇ ਜਿਹੜੇ ਮੇਨ 4-5 ਵਿਅਕਤੀ ਨੇ ਉਹਨਾਂ ਦੇ ਵਿੱਚ ਸ਼੍ਰੀ ਤਰੁਣ ਚੁੱਗ ਜੀ ਚੁਣੇ ਗਏ ਨੇ ਔਰ ਮੇਰੇ ਸਿਆਸੀ ਗੁਰੂ ਵੀ ਉਹੀ ਨੇ। ਸਾਡੇ ਹਲਕੇ ਦੇ ਇੰਚਾਰਜ ਨੇ ਪਿਛਲੇ 10 ਸਾਲਾਂ ਤੋਂ। ਅਸੀਂ ਉਹਨਾਂ ਦੇ ਨਾਲ ਕੰਮ ਕਰਕੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਔਰ ਅੱਜ ਵੀ ਅਸੀਂ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਕਾਮਯਾਬ ਕਰਾਂਗੇ। ਔਰ ਮੈਨੂੰ ਆਸ ਆ ਕਿ ਜਿੰਨੇ ਹੀ ਉਹ ਜਿੰਦਾ ਦਿਲ ਤੇ ਜਿੰਨੇ ਵੱਡੇ ਦਲੇਰ ਲੀਡਰਸ਼ਿਪ ਨੂੰ ਉਹ ਲੀਡ ਕਰਦੇ ਨੇ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਪੰਜਾਬ ਹੈ ਸਾਡਾ, ਪੰਜਾਬ ਪੰਜਾਬੀਅਤ ਦਾ ਮਾਣ ਹੈ, 5 ਦਰਿਆਵਾਂ ਦੀ ਧਰਤੀ ਹੈ ਜਿਹੜੀ ਨਸ਼ਿਆਂ ਦੇ ਵਿੱਚ ਬਦਲੀ ਪਈ ਹੈ, ਉਸ ਨੂੰ ਸੁਧਾਰਨ ਦੇ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ। ਜਿਹੜੇ ਕਿਸਾਨਾਂ ਦੇ ਕਰਜ਼ੇ ਨਾਲ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਪਿਛਲੀ ਸਾਡੀ ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕਰਕੇ ਪੰਜਾਬ ਦੀ ਭੋਲੀ ਭਾਲੀ ਸੰਗਤ ਦੇ ਨਾਲ, ਭੋਲੀ ਭਾਲੀ ਜਨਤਾ ਦੇ ਨਾਲ ਜਿਹੜਾ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਹੈ ਉਸ ਦਾ ਪਰਦਾਫਾਸ਼ ਕਰਕੇ ਉਹ ਸਹੂਲਤਾਂ ਦੇਣ ਦੇ ਵਿੱਚ ਅਸੀਂ ਆਪਣੀ ਜੀ ਜਾਨ ਲਾ ਕੇ ਕੋਸ਼ਿਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਪੰਜਾਬ ਸਿੱਧ ਕੇ ਵਿਖਾਵਾਂਗੇ। ਢੋਡ ਸਾਹਿਬ ਜਿਸ ਤਰ੍ਹਾਂ ਕਿ ਤਰੁਣ ਚੁੱਗ ਜੀ ਹੁਣ ਚੁਣੇ ਗਏ ਨੇ ਤੇ 2-3 ਧੜੇ 4 ਧੜੇ ਮੈਂ ਕਹਿ ਸਕਦਾ ਬੀਜੇਪੀ 'ਚ ਹੈਗੇ ਨੇ, ਇਹਨੂੰ ਇਕੱਠੇ ਕਰਨ 'ਚ ਕੀ ਤਰੁਣ ਚੁੱਗ ਜੀ ਇਸ 'ਤੇ ਪੂਰਾ ਅਮਲ ਕਰਕੇ ਇਹਨੂੰ ਇਕੱਠੇ ਕਰ ਪਾਉਣਗੇ? ਦੇਖੋ ਜੀ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਭਾਰਤੀ ਜਨਤਾ ਪਾਰਟੀ ਸਿੰਗਲ ਪਾਰਟੀ ਹੈ, ਨੈਸ਼ਨਲ ਪਾਰਟੀ ਹੈ। ਹਰ ਪੋਲੀਟੀਕਲ ਲੀਡਰ ਦਾ ਆਪਣਾ ਧੜਾ ਹੁੰਦਾ, ਪਾਰਟੀ ਦਾ ਕੋਈ ਧੜਾ ਨਹੀਂ ਹੈ। ਜਿਹੜਾ ਲੀਡਰ ਹੁੰਦਾ ਜਿਸ ਇਲਾਕੇ ਦਾ ਉਸ ਦੇ ਨਾਲ ਉਹਦੇ ਬੰਦੇ ਜੁੜੇ ਹੁੰਦੇ ਆ ਔਰ ਇਸ ਕਰਕੇ ਸ਼੍ਰੀ ਤਰੁਣ ਚੁੱਗ ਜੀ ਦੇ ਨਾਲ ਇਸ ਵੇਲੇ ਸਾਰੇ ਬੰਦੇ ਉਹਨਾਂ ਦੇ ਨਾਲ ਨੇ, ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਹੈ। ਜੇ ਪੁਰਾਣੇ ਸਮੇਂ ਦੇ ਵਿੱਚ ਕਿਸੇ ਲੀਡਰ ਦੇ ਮਨ 'ਚ ਕੋਈ ਥੋੜੀ ਬਹੁਤੀ ਕਣੀ ਹੋਏਗੀ ਤੇ ਮੇਰਾ ਖਿਆਲ ਹੈ ਕਿ ਹੁਣ ਵੇਖ ਕੇ ਲੀਡਰ ਨਹੀਂ, ਲੀਡਰਾਂ ਦੇ ਮਨ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਜਿਹੜੀਆਂ ਸ਼ਹਿਰ ਦੇ ਵਿੱਚ ਆਮ ਰਿਊਮਰ ਕ੍ਰੀਏਟ ਹੁੰਦੇ ਨਾ, ਉਹ ਰਿਊਮਰਾਂ ਤੋਂ ਬਚਣਾ ਚਾਹੀਦਾ। ਤੁਸੀਂ ਤੇ ਹਰ ਲੀਡਰ 'ਚ ਵਿਚਰਦੇ ਹੋ, ਤੁਹਾਨੂੰ ਹਰ ਘਰ ਦਾ ਪਤਾ ਹੈ। ਭਾਰਤੀ ਜਨਤਾ ਪਾਰਟੀ ਯੂਨਾਈਟਿਡ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਯੂਨਾਈਟਿਡ ਹੋ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣਗੇ। ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਤਰੁਣ ਚੁੱਗ ਜੀ ਨੂੰ ਸਾਰਿਆਂ ਨੂੰ ਇਕੱਠੇ ਕਰ ਪਾਉਣਗੇ? ਉਹ ਮਹਾਰਾਜ ਜੀ ਸਾਰੇ ਇਕੱਠੇ ਹੀ ਨੇ, ਇਕੱਠੇ ਕਰਨ ਦੀ ਲੋੜ ਹੀ ਨਹੀਂ। ਤੁਸੀਂ ਦੇਖੋ ਬੀਜੇਪੀ ਆਫਿਸ ਦੇ ਵਿੱਚ ਕਿਹੜਾ ਲੀਡਰ ਨਹੀਂ ਆਇਆ? ਤੁਸੀਂ ਦੱਸੋ। ਪਰਸੋਂ ਜਦੋਂ ਉਹਨਾਂ ਦਾ ਪ੍ਰੋਗਰਾਮ ਹੋਇਆ ਤੁਸੀਂ ਦੱਸੋ ਕਿਹੜਾ ਲੀਡਰ ਨਹੀਂ ਆਇਆ ਔਰ ਕਿੰਨੇ ਖੁੱਲੇ ਦਿਲ ਨਾਲ ਆਪਣੀ ਗੱਲ ਨਹੀਂ ਕੀਤੀ? ਜੀ ਮੇਰਾ ਸਵਾਲ ਇਹੀ ਹੈ ਕਿ ਉਹਨਾਂ ਦੇ ਆਉਣ ਤੇ ਸਾਰੇ ਇਕੱਠੇ ਹੋ ਗਏ ਆ, ਹੁਣ ਇਕੱਠੇ ਕਰ ਪਾ ਕੇ ਸਰਕਾਰ ਨੂੰ ਬਣਾਉਣਗੇ 2022 ਦੇ ਇਲੈਕਸ਼ਨ 'ਚ। ਤੁਸੀਂ ਮੰਨਦੇ ਹੋ ਨਾ ਇਕੱਠੇ ਹੋ ਗਏ ਤੇ ਇਕੱਠੇ ਹੀ ਨੇ? ਨਹੀਂ ਮਤਲਬ ਅੱਜ ਇਕੱਠੇ ਹੋਏ ਨੇ, ਇਕੱਠੇ ਨਹੀਂ ਨਜ਼ਰ ਆਏ। ਮਹਾਰਾਜ ਪਤਾ ਕੀ ਗੱਲ ਹੈ, ਜਦੋਂ ਕਮਾਂਡਰ ਬੈਠਾ ਆ ਕੇ ਤਗੜਾ ਹੋ ਕੇ, ਪਹਿਲਾਂ ਹਾਲਾਤ ਕੁਝ ਹੋਰ ਤਰ੍ਹਾਂ ਦੇ ਸੀ। ਕੁਝ ਗੱਲਾਂ ਨੂੰ ਸੱਚ ਪਹਿਲਾਂ ਬਿਆਨ ਕਰਿਆ ਕਰੋ। ਬਿਲਕੁਲ ਸੱਚ ਹੈ, ਬਿਲਕੁਲ ਪਾਰਟੀ, ਮੈਂ ਕਹਿੰਦਾ ਪਾਰਟੀ ਲੀਡਰ ਦਾ ਧੜਾ ਹੁੰਦਾ, ਪਾਰਟੀ ਦਾ ਧੜਾ ਨਹੀਂ ਹੁੰਦਾ। ਹਰ ਲੀਡਰ ਆਪਣੇ ਨਾਲ ਆਪਣੀ ਸੁਸਾਇਟੀ ਲੈ ਕੇ ਤੁਰਦਾ, ਆਪਣੇ ਬੰਦੇ ਲੈ ਕੇ ਤੁਰਦਾ।
ਹਰ ਕਿਸੇ ਦੇ ਮਨ ਦੇ ਵਿੱਚ ਕੋਈ ਮਾੜਾ ਮੋਟਾ ਮਨਭੇਦ ਹੁੰਦਾ, ਕਿਸੇ ਦੇ ਮਨ 'ਚ ਮਤਭੇਦ ਨਹੀਂ ਗਾ। ਕਿਸੇ ਦੀ ਸਪੀਡ ਜ਼ਿਆਦਾ ਹੁੰਦੀ ਆ, ਕਿਸੇ ਦੀ ਸਪੀਡ ਸਲੋ ਹੁੰਦੀ ਆ। ਉਹ ਜਿਹੜਾ ਕੰਮ ਕਰਨ ਦਾ ਤਰੀਕਾ ਹੁੰਦਾ ਨਾ, ਉਹਦੇ ਵਿੱਚ ਥੋੜਾ ਬਹੁਤਾ ਫਰਕ ਹੁੰਦਾ। ਬਾਕੀ ਧੜਿਆਂ ਦੇ ਨਾਲ ਪਾਰਟੀ ਚੱਲਦੀ ਨਹੀਂ। ਪਾਰਟੀ ਸਾਰੇ ਇਕੱਤਰਤਾ ਨਾਲ ਤੁਸੀਂ ਵੇਖਣਾ ਹੀ ਬਹੁਤ ਵਧੀਆ ਪਰਫਾਰਮੈਂਸ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਐਡੇ ਵੱਡੇ ਲੀਡਰ ਅਰੁਣ ਜੇਤਲੀ ਜੀ ਹੱਥ ਕੇ ਗਏ ਨੇ, ਇਹ ਧੜੇਬੰਦੀ ਦਾ ਹੀ ਨਹੀਂ ਮੰਨ ਲਓ ਗੱਲ। ਨਹੀਂ, ਉਹ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ, ਜਿਹੜੇ ਪੰਜਾਬ ਦੇ ਲੋਕ ਨੇ, ਸਾਡੀ ਪੰਜਾਬੀਆਂ ਦੀ ਜਿਹੜੀ ਜਮਾਤ ਹੈ ਨਾ, ਇਹ ਬੜੀ ਇਮੋਸ਼ਨਲ ਜਮਾਤ ਹੈ। ਉਸ ਦੇ ਵੇਲੇ ਕੁਝ ਬਸ ਹਿੰਦੂ ਸਿੱਖ ਵਾਲਾ ਕਾਰਡ ਜਿਹੜੇ ਕਾਂਗਰਸੀ ਖੇਡਦੇ ਨੇ, ਤੁਹਾਨੂੰ ਪਤਾ ਸ਼ੁਰੂ ਤੋਂ ਸ਼ਰਾਰਤੀ, ਉਹਨਾਂ ਲੋਕਾਂ ਨੇ ਥੋੜਾ ਮਿਸਮੈਨੇਜ ਕਰਕੇ ਲੋਕਾਂ ਕਾਰਡ ਨੂੰ ਚੱਲਿਆ ਨਾ ਉਸ ਵੇਲੇ ਉਹ। ਕਾਰਡ ਚੱਲ ਗਿਆ। ਉਹਨਾਂ ਦੀ ਕਿਸਮਤ ਸੀ, ਉਹਨਾਂ ਦੀ ਕਹਿ ਲਓ ਵੀ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਉਸ ਤੇ ਤੋਂ ਬਾਅਦ ਫਿਰ ਐਡੇ ਵੱਡੇ ਬੰਦੇ ਮੈਂ ਆਏ। ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਰਹਿ ਕੇ, ਗੁਰੂ ਨਗਰੀ ਦੇ ਨਾਲ ਲੱਗਦੀ ਸਾਰੀ ਵਾਰਡ ਹੈ ਮੇਰੀ, ਸਾਰੀ ਦੀ ਸਾਰੀ ਵਾਰਡ, ਤੇ ਮੈਂ ਭਾਰਤੀ ਜਨਤਾ ਪਾਰਟੀ ਦੇ ਬੈਨਰ ਥੱਲੇ ਗੁਰੂ ਨਗਰੀ ਦੀ ਸੇਵਾ ਕਰ ਰਿਹਾ। ਮੈਨੂੰ ਬਹੁਤ ਮਾਣ ਹੈ। ਉਹਨਾਂ ਦੇ ਕਦਮਾਂ ਦੇ ਵਿੱਚ ਨਹੀਂ ਸੀ ਸੇਵਾ ਉਹਨਾਂ ਨੇ ਬਹੁਤ ਕੀਤੀ ਹੈ, ਬਹੁਤ ਪੈਸੇ ਦਿੱਤੇ ਆ, ਪਰ ਇਹ ਆ ਕਿ ਇੱਥੇ ਬਹਿ ਕੇ ਸੇਵਾ ਨਹੀਂ ਕਰ ਪਾਏ। ਹੁਣ ਤੇ ਮਹਾਰਾਜ ਉਹਨਾਂ ਦਾ ਸਵਰਗਾਂ 'ਚ ਵਾਸਾ ਕਰਨ। ਉਹਨਾਂ ਨੇ ਬਹੁਤ ਵਧੀਆ ਤੇ ਬਹੁਤ ਨੇਕ ਦੇ ਲੀਡਰ ਸਨ। ਇਹ ਸਾਡੇ ਅੰਮ੍ਰਿਤਸਰ ਦੇ ਜਿਹੜੇ ਵੋਟਰ ਸੀ ਨਾ, ਉਹਨਾਂ ਦੀ ਕਮੀ ਸੀ ਕਿ ਉਹ ਐਡਾ ਵੱਡਾ ਲੀਡਰ ਨਹੀਂ ਸੰਭਾਲ ਪਾਏ। ਬਾਕੀ ਉਹ ਤੁਹਾਨੂੰ ਇਹ ਵੀ ਪਤਾ ਕਿ ਕੈਪਟਨ ਸਾਹਿਬ ਨੇ ਕੀ ਕੁਛ ਕੀਤਾ ਤੇ ਜੇਤਲੀ ਸਾਹਿਬ ਕੀ ਕੁਛ ਕਰ ਸਕਦੇ ਸੀ। ਆਪਾਂ ਇਹਨਾਂ ਚੀਜ਼ਾਂ ਤੋਂ ਸਾਰੇ ਵਾਂਝੇ ਰਹਿ ਗਏ ਦੋ ਹਾਂ। ਮੌਕੇ ਮਿਲੇ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾ ਸਕਦੇ ਸੀ ਬਿਲਕੁਲ ਬੀਜੇਪੀ, ਲੇਕਿਨ ਦੋਨੋਂ ਵਾਰੀ ਅਸੀਂ ਹਰਾ ਕੇ ਉਹਨਾਂ ਨੂੰ ਭੇਜਿਆ। ਭਾਜੀ ਪਤਾ ਹੀ ਗੱਲ ਵਾਲੀ ਸਾਹਿਬ, ਮੈਂ ਸਮਝਦਾ ਕਿ 2 ਵਾਰੀ ਲੋਕਾਂ ਨੂੰ ਨਹੀਂ ਸਮਝ ਲੱਗੀ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਇਹੋ ਜਿਹੀ ਗਲਤੀ ਨਹੀਂ ਕਰਨਗੇ। ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਪਾਰਟੀ ਦੀ ਬਣਦੀ ਹੈ ਨਾ, ਕੌਂਸਲਰ ਉਸ ਪਾਰਟੀ ਦੇ ਬਣਦੇ ਆ। ਅੱਜ ਦੇਸ਼ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ ਤੇ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਲੋਕ ਬਣਾਉਣਗੇ। ਜਿਵੇਂ ਕੌਂਸਲਰ ਜਿਤਾਉਂਦੇ ਨੇ, ਉਵੇਂ ਲੋਕੀ ਐਮਐਲਏ ਜਿਤਾਉਣਗੇ। ਨੈਸ਼ਨਲ ਗਵਰਨਮੈਂਟ ਤੋਂ ਫੰਡ ਲਿਆ ਕੇ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਬਹੁਤ ਵਧੀਆ ਗੱਲ ਕੀਤੀ ਹੈ, ਲੇਕਿਨ ਦੇਸ਼ ਦੀ ਜੇ ਆਪਾਂ ਗੱਲ ਕਰੀਏ, ਦੇਸ਼ 'ਚ ਇਸ ਵੇਲੇ ਅੰਦੋਲਨ ਛਿੜਿਆ ਹੋਇਆ ਟੋਟ ਸਾਹਿਬ। ਸਿਆਸੀ ਪਾਰਟੀਆਂ ਨਹੀਂ, ਆਮ ਲੋਕ ਵੀ ਸੜਕਾਂ ਤੇ ਆਏ ਨੇ। ਇਸ ਗੱਲ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਸ ਦੇ ਪਿੱਛੇ ਇਸ ਵੇਲੇ ਇਲੈਕਸ਼ਨ ਈਅਰ ਹੈ, ਨੈਕਸਟ ਈਅਰ ਇਲੈਕਸ਼ਨ ਈਅਰ ਹੈ। ਤੁਹਾਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ, ਕਿ ਜੋ ਕੁਝ ਉਹਨਾਂ ਦਾ ਮੈਨੀਫੈਸਟੋ ਸੀ, ਜੋ ਕੁਝ ਉਹਨਾਂ ਦੇ ਵਾਅਦੇ ਸੀ, ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਕੈਪਟਨ ਸਾਹਿਬ ਇੱਕ ਪੂਰਨ ਸਿੱਖ ਨੇ, ਠੀਕ ਹੈ ਜੀ। ਔਰ ਇਹਨਾਂ ਨੇ ਗੁਰੂ ਮਹਾਰਾਜ ਦਾ ਗੁਟਕਾ 'ਚ ਫੜ ਕੇ ਸਹੁੰ ਖਾਧੀ ਸੀ ਤੇ ਉਸ ਸਹੁੰ ਦਾ ਖਮਿਆਜਾ ਮੇਰਾ ਖਿਆਲ ਹੈ ਭੁਗਤ ਰਹੇ ਨੇ। ਜੇ ਉਸ ਸਹੁੰ ਨੂੰ ਯਾਦ ਰੱਖਦੇ, ਗੁਰਬਾਣੀ ਨੂੰ ਯਾਦ ਰੱਖਦੇ, ਤੇ ਇਹਨਾਂ ਕੋਲੋਂ ਸ਼ਾਇਦ ਇਹੋ ਜਿਹੀ ਗਲਤੀ ਨਾ ਹੁੰਦੀ। ਕਿਹੋ ਜਿਹੀ ਗਲਤੀ? ਜਿਹੜੇ ਇਹਨਾਂ ਨੇ 4 ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਇਹਨਾਂ ਨੇ ਇੱਕ ਵੀ ਪੂਰਾ ਨਹੀਂ ਕੀਤਾ। ਔਰ ਉਸ ਤੋਂ ਬਾਅਦ ਆਪਣੀ ਸਰਕਾਰ ਦੇ ਵਿੱਚ ਬਿਲਕੁਲ ਫੇਲ ਨੇ। ਤੁਸੀਂ ਇੱਕ ਵੀ ਉਪਲਬਧੀ ਦੱਸ ਦਿਓ ਕਿ ਇਹਨਾਂ ਨੇ 4 ਸਾਲਾਂ ਦੇ ਵਿੱਚ ਇੱਕ ਵੀ ਕੰਮ ਕੀਤਾ ਹੋਵੇ। ਕੱਲ੍ਹ ਦੀ ਗੱਲ ਜੇ ਸਾਡੇ ਸ਼ਹਿਰ ਦੇ ਮਾਨਯੋਗ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਇੱਥੇ ਆਏ ਨੇ, ਉਹਨਾਂ ਨੇ ਹੈਰੀਟੇਜ ਵਾਕ ਦੇ ਉੱਪਰ ਆ ਕੇ ਆਪਣੇ ਸੈਂਟਰ ਇੰਸਪੈਕਟਰ ਨੂੰ, ਆਪਣੇ ਸਟਾਫ ਨੂੰ ਮਤਲਬ ਕਿ ਬਹੁਤ ਗੁੱਸੇ ਨਾਲ ਦਬਕੇ ਮਾਰੇ ਨੇ। ਤੁਹਾਡੇ ਕੋਲ ਵੀ ਉਹਨਾਂ ਦੀ ਰਿਕਾਰਡਿੰਗ ਹੋਏਗੀ। ਉਹਨਾਂ ਨੂੰ ਕਿਹਾ ਗਿਆ ਕਿ ਗੰਦ ਪਾਇਆ। ਤੇ ਮੇਅਰ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਇਲੈਕਟਡ ਕਾਉਂਸਲਰ ਆ ਉਹਨੂੰ ਨਾਲ ਲੈ ਕੇ ਚੱਲਣ, ਪਰ ਉਹ ਆਪਣੀ ਗੰਦੀ ਰਾਜਨੀਤੀ ਤੋਂ ਬਾਜ ਨਹੀਂ ਆ ਰਹੇ। ਉਹ ਜਿਹੜੇ ਇਹਨਾਂ ਦੇ ਕਰਪਟ ਲੀਡਰ ਨੇ, ਉਹਨਾਂ ਤੋਂ ਡਰਦੇ ਨੇ ਔਰ ਸਾਨੂੰ ਇਗਨੋਰ ਕਰਦੇ ਨੇ, ਤੇ ਉਹਨਾਂ ਦਾ ਖਮਿਆਜਾ ਭੁਗਤਦੇ ਪਏ ਨੇ ਕਿ ਆਪ ਹੀ ਆ ਕੇ ਆਪਣੀ ਥਾਂ ਤੇ ਆ ਕੇ ਆਪ ਹੀ ਸ਼ਰਮਿੰਦੇ ਹੋਏ ਨੇ। ਢੋਟ ਸਾਹਿਬ 2 ਵਾਰੀ ਕਾਉਂਸਲਰ ਬਣੇ ਹੋ, ਬਹੁਤ ਮਿਹਨਤ ਕਰ ਰਹੇ ਹੋ। ਇੱਕ ਗੱਲ ਮੈਨੂੰ ਹੋਰ ਪਤਾ ਲੱਗੀ ਹੈ ਕਿ ਸਾਊਥ ਦੇ ਵਿੱਚ ਤੁਸੀਂ ਦੇ ਮੀਟਿੰਗ ਤੇ ਮੀਟਿੰਗ, ਦੇ ਪਲਾਨਿੰਗ ਤੇ ਪਲਾਨਿੰਗ ਤਿਆਰੀ ਕਰ ਰਹੇ ਹੋ ਸਾਊਥ ਹਲਕੇ 'ਚ ਆਪਣੀ। ਇਹ ਗੱਲ ਕਿੱਥੋਂ ਤੱਕ ਠੀਕ ਹੈ? ਮੈਂ ਜੀ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਦਾਸ ਨੂੰ ਪਿਛਲੇ 6 ਮਹੀਨਿਆਂ ਤੋਂ ਇਹ ਡਿਊਟੀ ਲਾਈ ਸੀ ਕਿ ਸਾਊਥ ਹਲਕੇ ਦੇ ਵਿੱਚ ਸਾਡਾ ਜਿਹੜਾ ਪਾਰਟੀ ਦਾ ਵਰਕਰ ਆ ਥੋੜ੍ਹਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ, ਕਿਉਂਕਿ ਉੱਥੇ ਅਕਾਲੀ ਦਲ ਦਾ ਐਮਐਲਏ ਆ, ਉਹ ਸਾਡੇ ਵਰਕਰਾਂ ਨੂੰ ਇਗਨੋਰ ਕਰਦੇ ਸੀ, ਜਦ ਕਿ ਸਾਡੇ ਵਰਕਰ ਕੰਮ ਕਰਦੇ ਸੀ। ਅਕਾਲੀ ਦਲ ਦਾ ਕਿਹੜਾ ਐਮਐਲਏ? ਅਕਾਲੀ ਦਲ ਦੇ ਐਮਐਲਏ ਪਹਿਲਾਂ ਉੱਥੇ ਇੰਦਰਬੀਰ ਸਿੰਘ ਬੁਲਾਰੀਆ ਸੀ ਜੀ, ਉਹ ਫਿਰ ਪਾਰਟੀ ਛੱਡ ਕੇ ਕਾਂਗਰਸ 'ਚ ਚਲੇ ਗਏ। ਜੀ, ਪਹਿਲਾਂ ਜਿਹੜੇ ਸਾਡੇ ਵਰਕਰ ਉਹਨਾਂ ਨਾਲ ਕੰਮ ਕਰਦੇ ਰਹੇ, ਫਿਰ ਉਹਨਾਂ ਨੇ ਇੱਕ ਹੋਰ ਉਦੋਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਜੀ। ਸਾਡੇ 9 ਕਾਉਂਸਲਰ ਪਾਰਟੀ ਟਿਕਟ ਤੇ ਹਰਾਏ ਉਹਨਾਂ ਨੇ ਆਪਣੇ ਪਰਸਨਲ ਇੰਟਰਸਟ ਵਾਸਤੇ ਕਿ ਅਸੀਂ ਆਪਣਾ ਮੇਅਰ ਬਣਾਉਣਾ ਸੀ, ਇਹਨਾਂ ਦੇ ਕਾਉਂਸਲਰ ਘੱਟ ਬਣਨਗੇ ਤੇ ਅਸੀਂ ਆਪਣਾ ਬਣਾਵਾਂਗੇ। ਪਰ ਜਿਹੜੇ ਪਾਰਟੀ ਦਾ ਨੈਸ਼ਨਲ ਪਾਰਟੀ ਐਡੀ ਵੱਡੀ ਪਾਰਟੀ ਦੇ ਵਿੱਚ ਐਡੀ ਛੇਤੀ ਫੇਰ ਬਦਲ ਨਹੀਂ ਹੋ ਸਕਦਾ। ਇਹ ਉਸ ਦੇ ਵਿੱਚ ਨਾਕਾਮ ਹੋਏ, ਪਰ ਇਹ ਸਾਡੇ 9 ਕਾਉਂਸਲਰ ਹਰਾਉਣ ਦੇ ਵਿੱਚ ਕਾਮਯਾਬ ਹੋਏ। ਇਹਨਾਂ ਨੇ ਧੱਕੇ ਨਾਲ, ਸਰਕਾਰ ਦੇ ਜ਼ੋਰ ਦੇ ਨਾਲ ਸਾਡੇ 9 ਕਾਉਂਸਲਰ ਹਰਾਏ ਔਰ ਉਹਦਾ ਖਮਿਆਜਾ ਵੀ ਤੁਹਾਡੇ ਸਾਹਮਣੇ ਹੀ ਆ, ਸਾਡੇ ਵਰਕਰਾਂ ਨੇ ਭੁਗਤਿਆ। ਵਰਕਰਾਂ ਤੁਹਾਨੂੰ ਪਤਾ ਆਪਣਾ ਵਰਕਰ ਠੱਗਿਆ ਮਹਿਸੂਸ ਕਰਦਾ। ਸਾਡੀ ਪਾਰਟੀ 'ਚ ਭੋਲੇ ਭਾਲੇ ਲੋਕ ਨੇ, ਦੁਕਾਨਦਾਰ ਲੋਕ ਨੇ, EMPLOYEE ਨੇ, ਕੋਈ ਵੱਡੇ ਮਤਲਬ ਧਨਾੜ ਲੋਕ ਨਹੀਂ ਸਾਡੀ ਪਾਰਟੀ 'ਚ ਹੈਗੇ। ਇਸ ਕਰਕੇ ਜਿਹੜਾ ਨੋਰਮਲ ਮਡੀਓਕਰ ਬੰਦਾ ਹੁੰਦਾ ਨਾ, ਆਮ ਸ਼ਹਿਰੀਏ ਸਾਡੀ ਪਾਰਟੀ ਨਾਲ ਜੁੜੇ ਹੋਏ ਨੇ। ਤੇ ਅਸੀਂ ਹੁਣ ਆਸ ਕਰਦੇ ਹਾਂ ਕਿ ਸਾਰੇ ਵਰਕਰਾਂ ਨੂੰ ਆਪਾਂ ਜਿਹੜੀ ਉਹਨਾਂ ਦੀ ਛਾਤੀ ਚੌੜੀ ਕਰਨ ਦਾ ਮਾਣ ਮਹਿਸੂਸ ਪਾਰਟੀ ਨੇ ਮੈਨੂੰ ਦਿੱਤਾ, ਅਸੀਂ ਕਰਾਂਗੇ। ਅਸੀਂ ਸਾਰੇ ਮੰਡਲ ਪ੍ਰਧਾਨਾਂ ਦੀਆਂ ਟੀਮਾਂ, ਮੰਡਲ ਪ੍ਰਧਾਨਾਂ ਨਾਲ ਮੀਟਿੰਗਾਂ ਕਰ ਚੁੱਕੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਊਥ ਦੇ ਵਿੱਚ ਆਪਣਾ ਪਰਚਮ ਲਹਿਰਾਏਗੀ ਔਰ ਜੋ ਕੰਮ ਇਹਨਾਂ ਲੋਕਾਂ ਨੇ ਨਹੀਂ ਕੀਤੇ ਅਸੀਂ ਕਰਕੇ ਵਿਖਾਵਾਂਗੇ ਔਰ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ।
ਡਾਕਟਰ ਸਾਹਿਬ ਐਡੀ ਵੱਡੀ ਪਾਰਟੀ ਹੈ, ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਰੇ ਪਾਸੇ ਸਰਕਾਰਾਂ ਢਾਡੀਆਂ ਨੇ। ਕਿਸਾਨਾਂ ਦੇ ਮੁੱਦੇ ਤੇ ਜਿਹੜੀਆਂ ਗੱਲਾਂ ਹੋਈਆਂ, ਅਸੀਂ ਐਡੀ ਲੀਡਿੰਗ ਪਾਰਟੀ ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਰੇ ਪਾਸੇ ਢਾਡੀ ਸਰਕਾਰ, ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਵਾਜਪਾਈ ਸਾਹਿਬ ਦੇ ਵੇਲੇ ਬਾਦਲ ਸਾਹਿਬ ਨੇ ਜਿਹੜਾ ਰਿਸ਼ਤਾ ਜੋੜਿਆ ਸੀ ਬੀਜੇਪੀ ਦੇ ਨਾਲ, ਅੱਜ ਉਹ ਟੁੱਟਿਆ। ਤੁਹਾਨੂੰ ਦੁੱਖ ਹੋਇਆ ਕਿ ਖੁਸ਼ੀ ਹੋਈ ਹੈ? ਦੇਖੋ ਜੀ, ਮੈਂ ਤੇ ਬੰਦਿਆਂ ਨਾਲ ਖਲੋਣ ਵਾਲਾ ਬੰਦਾ, ਤੇ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਅਕਾਲੀ ਦਲ ਨੂੰ ਛੱਡਿਆ ਜਾਂ ਅਸੀਂ ਆਪਣੇ ਸਾਥੀ ਛੱਡਤੇ। ਅਕਾਲੀ ਦਲ ਨੇ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਆਪਣੀ ਐਡੀ ਪੁਰਾਣੀ ਸਾਥੀ ਪਾਰਟੀ ਦਾ ਸਾਥ ਛੱਡਿਆ। ਔਰ ਅੱਜ ਮੰਨ ਲਓ ਤੁਹਾਡੇ ਮੁਤਾਬਕ ਅਸੀਂ ਕਹਿੰਦੇ ਕਿ ਬੀਜੇਪੀ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਸਾਥੀ ਉਹ ਹੁੰਦਾ ਕਿ ਮੇਰਾ ਵਿਰੋਧ ਹੋ ਰਿਹਾ ਤੇ ਮੇਰੇ ਨਾਲ ਮੇਰਾ ਸੱਜਣ ਖੜਾ। ਉਹ ਸਾਥੀ ਨਹੀਂ ਹੁੰਦਾ ਕਿ ਜਿਹੜਾ ਮਾੜੇ ਵੇਲੇ ਆਪਣੇ ਸਾਥੀ ਦਾ ਸਾਥ ਛੱਡ ਦੇਵੇ ਆਪਣੇ ਪਰਸਨਲ ਹਿੱਤ ਵਾਸਤੇ। ਕਿਉਂਕਿ ਅਕਾਲੀ ਦਲ ਤੋਂ ਪਹਿਲਾਂ ਹੀ ਨਹੀਂ ਖੜਾ ਹੋਇਆ ਜਾ ਰਿਹਾ। ਤੁਹਾਨੂੰ ਪਤਾ ਅਕਾਲੀ ਦਲ ਤੇ ਪਹਿਲਾਂ ਬੜਗਾੜੀ ਕਾਂਡ ਵਾਲਾ ਅਜੇ ਤੱਕ ਟਿੱਕਾ ਨਹੀਂ ਲੱਥਾ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਟਿੱਕਾ ਇੱਕ ਹੋਰ ਲੱਗ ਗਿਆ। ਹੁਣ ਤੀਸਰਾ ਇਹ ਲੱਗ ਗਿਆ ਕਿ ਇਹਨਾਂ ਨੇ ਕਿਸਾਨਾਂ ਦਾ ਵਿਰੋਧ ਕੀਤਾ। ਜਦੋਂ ਬਾਦਲ ਸਾਹਿਬ ਕੀ ਕਹਿੰਦੇ ਆ, ਸਾਰੀਆਂ ਪਾਰਟੀਆਂ ਵਾਲੀ ਮੀਟਿੰਗ ਹੁੰਦੀ ਹੈ, ਉਸ ਪਾਰਟੀ ਦੇ ਵਿੱਚ ਆਲ ਪਾਰਟੀ ਮੀਟਿੰਗ ਦੇ ਵਿੱਚ ਇਹਨਾਂ ਨੇ ਮੀਟਿੰਗਾਂ ਅਟੈਂਡ ਕੀਤੀਆਂ ਔਰ ਸੈਂਟਰ ਗਵਰਨਮੈਂਟ ਨੇ ਇਹਨਾਂ ਦੇ ਸਾਰਿਆਂ ਦੇ ਇਸ਼ੂ ਇਹਨਾਂ ਕੋਲੋਂ ਲਿੱਤੇ, ਇਹਨਾਂ ਦੇ ਵਿਊ ਲਿੱਤੇ। ਉਸ ਵਿਊ ਦੇ ਵਿੱਚ ਸਾਨੂੰ ਦੱਸਿਆ ਹੀ ਨਹੀਂ, ਪਤਾ ਹੀ ਨਹੀਂ ਸਾਨੂੰ। ਤੇ ਫਿਰ ਸੁਖਬੀਰ ਜੀ 2 ਮਹੀਨੇ ਪਹਿਲਾਂ ਅਖਬਾਰਾਂ 'ਚ ਕਿੱਦਾਂ ਕਹਿੰਦੇ ਰਹੇ, ਪ੍ਰੈਸ ਨੂੰ ਕਿੱਦਾਂ ਸੰਬੋਧਨ ਕਰਦੇ ਰਹੇ ਕਿ ਇੱਕ ਬਹੁਤ ਵੱਡਾ ਬਿੱਲ ਆ ਰਿਹਾ ਜੀ, ਜਿਹੜਾ ਬਹੁਤ ਵਧੀਆ ਕਿਸਾਨਾਂ ਵਾਸਤੇ ਆ ਰਿਹਾ। ਇਹ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਜਿਹੜੇ ਕਿਸਾਨਾਂ ਦੀ ਹੈ ਆਪਣੇ ਠੇਕੇਦਾਰ ਬਣੇ ਫਿਰਦੇ ਆ ਕਿ ਉਹ ਕਿਸਾਨਾਂ ਦੀ ਪਾਰਟੀ ਆ ਅਕਾਲੀ ਦਲ, ਤੇ ਕਿਸਾਨਾਂ ਦੇ ਹੀ ਬਹੁਤ ਵੱਡੇ ਸੇਵਾਦਾਰ ਆ, ਜਦੋਂ ਉਹਨਾਂ ਨੇ ਇਹਨਾਂ ਨੂੰ ਨਹੀਂ ਅਪਣਾਇਆ ਤੇ ਫਿਰ ਇਹ ਉਹਨਾਂ ਵਰਗੇ ਬਣ ਕੇ ਉਹਨਾਂ ਦੇ ਨਾਲ ਆ ਕੇ ਕਿ ਅਸੀਂ ਉਹਨਾਂ ਦੇ ਨਾਲ ਬਹਿ ਕੇ ਆਪਣੀ ਕੋਈ ਇੱਜ਼ਤ ਬਚਾ ਲਈਏ। ਜਨਾਬ, ਉਹ ਕਹਿੰਦੇ ਆ ਕਿਸਾਨਾਂ ਤੇ ਮੁੱਦੇ ਤੇ ਸਾਡੇ ਦਿਲ ਤੇ ਸੱਟ ਲੱਗੀ ਹੈ, ਇਹ ਅਸੀਂ ਭੁੱਲ ਨਹੀਂ ਪਾਵਾਂਗੇ, ਇਸ ਕਰਕੇ ਅਸੀਂ ਪਾਰਟੀ ਛੱਡੀ ਹੈ, ਐਡੇ ਵੱਡੇ ਅਹੁਦੇ ਛੱਡੇ ਨੇ, ਠੋਕਰ ਮਾਰੀ ਹੈ। ਜਨਾਬ ਦੇਖੋ ਜੀ, ਸੈਂਟਰ ਗਵਰਨਮੈਂਟ ਦੇ ਵਿੱਚ ਜਿੰਨੀਆਂ ਵੀ ਐਮਪੀਜ਼ ਜਿੰਨੇ ਵੀ ਸੀਐਮ ਹੁੰਦੇ ਆ, ਜਿੰਨੀਆਂ ਸਟੇਟਾਂ ਦੇ, ਸਾਰੀਆਂ ਸਟੇਟਾਂ ਨੂੰ ਮੈਸੇਜ ਆਉਂਦਾ, ਸਾਰੀਆਂ ਸਟੇਟਾਂ ਦੇ ਸੀਐਮ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਕੋਈ ਵੀ ਇਸ਼ੂ ਆਉਣ ਤੋਂ ਪਹਿਲਾਂ ਉਹਦੇ ਤੇ ਡਿਸਕਸ ਕਰਦੇ ਆ। ਜਿਹੜੀ ਕਾਂਗਰਸ ਸਰਕਾਰ ਹੈ ਇਹ ਵੀ ਇਹਦੇ ਵਿੱਚ ਇਨਵੋਲਵ ਹੈ ਔਰ ਅਕਾਲੀ ਦਲ ਇਸ ਕਰਕੇ ਇਨਵੋਲਵ ਆ ਕਿ ਇਹਨਾਂ ਦੀ ਸ਼੍ਰੀਮਤੀ ਬੀਬਾ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਵਿੱਚ ਮਿਨਿਸਟਰ ਹੈ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਔਰ ਇਸ ਗੱਲ ਦਾ ਤੁਹਾਨੂੰ ਵੀ ਪਤਾ ਹੈ, ਤੁਹਾਡੀ ਪ੍ਰੈਸ ਦੇ ਵਿੱਚ ਹੀ ਇਹਨਾਂ ਨੇ ਖੁਦ ਕਿਹਾ ਕਿ ਬਹੁਤ ਵਧੀਆ ਬਿੱਲ ਆ ਰਿਹਾ ਤੇ ਜਿਹੜਾ ਕਿਸਾਨਾਂ ਦੀ ਖੁਸ਼ਹਾਲੀ ਲੈ ਕੇ ਆਵੇਗਾ। ਅੱਜ ਕਿਸਾਨਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਆਪਾਂ ਉਸ ਬਿੱਲ ਦਾ ਵਿਰੋਧ ਕਰਤਾ। ਜਾਂ ਤੇ ਸ਼ੁਰੂ ਤੋਂ ਹੀ ਸਟੈਂਡ ਰੱਖਦੇ, ਜਾਂ ਸਾਡੇ ਨਾਲ ਖਲੋਤੇ ਰਹਿੰਦੇ, ਜਾਂ ਕਿਸਾਨਾਂ ਨਾਲ ਖਲੋ ਜਾਂਦੇ। ਇਹ ਤੇ ਹੁਣ ਇਦਾਂ ਹੋ ਗਿਆ ਨਾ, ਪਹਿਲਾਂ ਉੱਧਰ ਤੇ ਹੁਣ ਉੱਧਰ, ਫਿਰ ਉੱਧਰ ਤੇ ਫਿਰ ਉੱਧਰ। ਇਹ ਗੱਲ ਚੰਗੀ ਨਹੀਂ ਲੱਗਦੀ। ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਬੀਜੇਪੀ ਕੋਲ ਗਲਤੀ ਹੋਈ ਹੈ? ਸਿਰਫ 265 ਜਥੇਬੰਦੀਆਂ ਹੀ ਕਿਸਾਨਾਂ ਦੀਆਂ, ਬਿੱਲ ਪਾਸ ਕਰਨ ਤੋਂ ਪਹਿਲਾਂ 1 2 3 4 5 ਮੀਟਿੰਗਾਂ ਕਰ ਲੈਂਦੇ, ਉਹਨਾਂ ਨੂੰ ਸਮਝਾ ਲੈਂਦੇ ਤੇ ਐਡਾ ਵੱਡਾ ਵਿਵਾਦ ਨਾ ਖੜਾ ਹੁੰਦਾ। ਜਨਾਬ, ਮੈਂ ਤੁਹਾਡੀ ਗੱਲ ਨਾਲ ਤੁਸੀਂ ਦੇਖ ਸਕਦੇ ਹੋ ਲੋਕ ਸੜਕਾਂ ਤੇ ਨੇ ਔਰ ਇਸ ਗੱਲ ਤੋਂ ਤੁਸੀਂ ਡਿਨਾਈ ਨਹੀਂ ਕਰ ਸਕਦੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਾਰਟੀ ਨੇ, ਨੈਸ਼ਨਲ ਪਾਰਟੀ ਨੇ, ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਉਹਨਾਂ ਨੇ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਨਾ, ਉਹਨਾਂ ਨੇ ਆਪਣੇ ਐਮਪੀਆਂ ਤੋਂ ਸੁਜੈਸ਼ਨ ਲੈਣੀ ਹੈ, ਆਪਣੇ ਸੀਐਮ ਤੋਂ ਸੁਜੈਸ਼ਨ ਲੈਣੀ ਹੈ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ। ਉਹਨਾਂ ਨੇ ਐਮਪੀਸ ਤੋਂ ਔਰ ਸੀਐਮ ਸਾਰਿਆਂ ਤੋਂ ਉਹਨਾਂ ਦੇ ਵਿਊ ਲਏ ਨੇ। ਇਹਨਾਂ ਦੀ ਰਿਕਮੈਂਡੇਸ਼ਨ ਤੋਂ ਬਾਅਦ ਹੀ ਲਾਗੂ ਹੋਇਆ। ਤੁਸੀਂ ਇਹ ਗੱਲ ਨਹੀਂ ਮੰਨ ਸਕਦੇ ਕਿ ਮੈਂ, ਜੇ ਤੁਸੀਂ ਕਹੋ, ਬਟ ਇਹ ਜਿਹੜੀ ਤੁਸੀਂ ਗੱਲ ਅੱਜ ਕੀਤੀ ਹੈ ਨਾ, ਇਹ ਪਰਸੋਂ ਸਾਡੇ ਮਾਨਯੋਗ ਸ਼੍ਰੀ ਤਰੁਣ ਚੁੱਗ ਜੀ ਨੇ ਹਰਸ਼ਾ ਸ਼ੀਨਾ ਵਿਖੇ ਮੀਟਿੰਗ ਕੀਤੀ ਹੈ, ਜੱਟਾਂ ਨੂੰ ਸੰਬੋਧਨ ਕੀਤਾ। ਉਹਨਾਂ ਦੇ ਨਾਲ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸ਼ੀਨਾ ਸਾਡੇ ਸਿੱਖ ਲੀਡਰ ਸਨ। ਉੱਥੇ ਇਹਨਾਂ ਦੇ ਕੁਝ ਮਤਲਬ ਕਿਸਾਨ ਜਥੇਬੰਦੀਆਂ ਦੇ ਆਗੂ ਆਏ ਸੀ, ਉਹਨਾਂ ਦੇ ਨਾਲ ਪੂਰੀ ਡਿਟੇਲ 'ਚ ਡਿਸਕਸ਼ਨ ਹੋਈ ਆ। ਉਸ ਡਿਸਕਸ਼ਨ ਦੇ ਵਿੱਚ ਇਹ ਮੁੱਦਾ ਆਇਆ ਕਿ ਤੁਹਾਡੀਆਂ 31 ਜਥੇਬੰਦੀਆਂ ਨੇ ਪੰਜਾਬ ਦੀਆਂ, ਜਿਹੜੀਆਂ ਸਾਰਾ ਪ੍ਰੋਟੈਸਟ ਕਰ ਰਹੀਆਂ ਨੇ, ਉਸ ਦੇ ਵਿੱਚੋਂ ਤੁਸੀਂ ਸਾਨੂੰ ਕੋਈ ਵੀ 6 ਆਪਣੇ ਬੰਦੇ ਦੇ ਦਿਓ। ਉਹ 6 ਬੰਦਿਆਂ ਦੀ ਅਸੀਂ ਪੀਐਮ ਨਾਲ, ਮਿਨਿਸਟਰ ਨਾਲ, ਜਿਹਦੇ ਨਾਲ ਕਹੋਗੇ ਅਸੀਂ ਸੈਟੀਸਫੈਕਸ਼ਨ ਮੀਟਿੰਗ ਕਰਾਉਂਦੇ ਆ, ਜਾਂ ਤੁਸੀਂ ਸਾਡੀ ਤਸੱਲੀ ਕਰਾ ਦਿਓ, ਜੋ ਤੁਸੀਂ ਚਾਹੁੰਦੇ ਹੋ ਅਸੀਂ ਕਰ ਦਿਆਂਗੇ। ਜੇ ਅਸੀਂ ਤੁਹਾਡੀ ਤਸੱਲੀ ਕਰਾ ਦਾਂਗੇ, ਤੁਸੀਂ ਸਾਡੀ ਗੱਲ ਮੰਨਦੇ ਹੋ। ਇਹ 2-4 ਦਿਨਾਂ ਦੇ ਵਿੱਚ ਸ਼੍ਰੀ ਤਰੁਣ ਚੁੱਗ ਜੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਆ, ਜਿਸ ਦਾ ਬਹੁਤ ਵਧੀਆ ਨਤੀਜਾ ਨਿਕਲੇਗਾ ਔਰ ਪੰਜਾਬ ਦੇ ਵਿੱਚ ਦੁਬਾਰਾ ਖੁਸ਼ਹਾਲੀ ਹੋਏਗੀ। ਤੇ ਇਹ ਜਿਹੜੇ ਲੀਡਰ ਆਪਣੀ ਪੋਲਿਟਿਕਸ ਝੂਠੀ ਕਰ ਰਹੇ ਨੇ, ਇਸ ਨੂੰ ਫੇਲ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ। ਅੱਜ ਤਰੁਣ ਚੁੱਗ ਜੀ 31 ਜਥੇਬੰਦੀਆਂ ਨੂੰ ਹੈਂਡਲ ਕਰਕੇ ਸਮਝਾਉਣਗੇ ਕਿ ਬਾਕੀ ਜਿਹੜੇ ਸੀਐਮ ਸੀ ਉਹ ਨਾਕਾਮ ਰਹੇ ਨਾ। ਦੇਖੋ, ਜੇ ਕਿਸਾਨਾਂ ਨੂੰ ਪਹਿਲੇ ਸਮਝਾਇਆ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀਐਮ ਦੀਆਂ, ਉਹ ਆਪਣੇ ਕਿਸਾਨਾਂ ਜਥੇਬੰਦੀਆਂ ਸਮਝਾਉਂਦੇ ਕਿ ਮਹਾਰਾਜ ਇਹ ਬਿੱਲ ਆਉਣਾ, ਤੁਹਾਨੂੰ ਇਹਦੇ ਫਾਇਦੇ ਹੋਣੇ। ਉਹਨਾਂ ਨੂੰ ਪਤਾ ਹੀ ਨਹੀਂ, ਸੜਕਾਂ ਤੇ ਆ ਗਏ ਨੇ ਔਰ ਉਹਨਾਂ ਨਾਲ ਆਮ ਲੋਕ ਜੁੜ ਗਏ ਨੇ। ਵਾਲੀਆ ਸਾਹਿਬ, ਮੈਂ ਇਹੀ ਤੇ ਤੁਹਾਡੇ ਧਿਆਨ 'ਚ ਗੱਲ ਲਿਆ ਰਿਹਾ ਕਿ ਜਿਸ ਲੀਡਰ ਦਾ ਕੰਮ ਹੈ ਆਪਣੀ ਪਬਲਿਕ ਨੂੰ ਸਮਝਾਵੇ, ਪਰ ਉਹ ਪਬਲਿਕ ਨੂੰ ਸਮਝਾਏਗਾ ਤੇ ਤਾਂ ਨਾ ਉਹਦਾ ਪਬਲਿਕ 'ਚ ਵਿਸ਼ਵਾਸ ਹੋਵੇ। ਤੁਹਾਨੂੰ ਪਤਾ ਪਿਛਲੇ 2 ਸਾਲਾਂ ਤੋਂ ਤਾਂ ਪਬਲਿਕ ਕਹਿ ਰਹੀ ਕਾਂਗਰਸ ਨੇ ਕੀਤਾ ਹੀ ਕੁਝ ਨਹੀਂ, ਕਾਂਗਰਸ ਦਾ ਬੇੜਾ ਗਰਕ ਹੋ ਗਿਆ। ਜੇ ਅੱਜ ਕਾਂਗਰਸ ਫਿਰ ਸਮਝਾਉਣ ਜਾਂਦੀ ਤੇ ਛਿੱਤਰ ਹੀ ਪੈਣੇ ਸੀ ਨਾ। ਮੈਂ ਤੁਹਾਡੀ ਪਾਰਟੀ ਦੀ ਗੱਲ ਕਰ ਰਿਹਾ। ਤੁਸੀਂ ਬਿੱਲ ਪਾਸ, ਮਾਨनीय ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਜੀ ਨੇ ਬਿੱਲ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਜਥੇਬੰਦੀਆਂ ਨੂੰ ਕਿਉਂ ਨਹੀਂ ਸਮਝਾ ਪਾਏ, ਅੱਗੇ ਉਹਨਾਂ ਦੀ ਲੀਡਰਸ਼ਿਪ ਕਿਉਂ ਨਹੀਂ ਸਮਝਾ ਪਾਈ? ਦੇਖੋ ਜੀ, ਸਾਰਾ ਕੁਝ ਸਹੀ ਤਰੀਕੇ ਨਾਲ ਹੋਇਆ, ਇਹਦੇ ਵਿੱਚ ਕੋਈ ਥੋਪਣ ਵਾਲਾ ਕੋਈ ਫਾਇਦਾ ਨਹੀਂ ਹੈਗਾ। ਮੋਦੀ ਸਾਹਿਬ ਦਾ ਇੱਕੋ ਇੱਕ ਸੋਚ ਹੈ ਕਿ ਮੈਂ ਚੋਰ ਬਜ਼ਾਰੀ ਖਤਮ ਕਰਨੀ ਹੈ। ਦੇਖੋ, ਇਹਦੇ ਵਿੱਚ ਜ਼ਿਮੀਂਦਾਰਾਂ ਦਾ ਕੋਈ ਨੁਕਸਾਨ ਨਹੀਂ ਹੈ। ਇਸ ਬਿੱਲ ਦੇ ਵਿੱਚ ਨੁਕਸਾਨ ਹੈ ਆੜ੍ਹਤੀਆਂ ਦਾ। ਤੁਸੀਂ ਜੇ ਬਿੱਲ ਨੂੰ ਸਮਝੋ, ਐਕਟ ਨੂੰ ਸਮਝੋ, ਕਿਸੇ ਪੜ੍ਹੇ ਲਿਖੇ ਬੰਦੇ ਨਾਲ ਬਹਿ ਕੇ ਡਿਸਕਸ ਕਰ ਲਓ। ਮੈਂ ਰੋਜ਼ ਪੜ੍ਹੇ ਲਿਖੇ ਜੱਟਾਂ 'ਚ ਬਹਿ ਕੇ ਡਿਸਕਸ਼ਨ ਕਰਦਾ ਹਾਂ। ਮੈਨੂੰ ਕਹਿੰਦੇ ਯਾਰ ਅਸੀਂ ਤੁਹਾਡੀ ਬੇਇੱਜ਼ਤੀ ਕਰਨੀ ਮਹਿਸੂਸ ਨਾ ਕਰੋ। ਮੈਂ ਕਿਹਾ ਨਹੀਂ ਭਾਜੀ, ਕੋਈ ਬੇਇੱਜ਼ਤੀ ਨਹੀਂ, ਮੈਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਹਾਂ। ਮੈਂ ਸਮਝਾਂਗਾ ਤੇ ਆਪਣੇ ਕਿਸੇ ਲੀਡਰ ਨਾਲ ਗੱਲ ਕਰ ਸਕਾਂਗਾ। ਮੈਂ ਫੁੱਲ ਡਿਟੇਲ 'ਚ ਉਹਨਾਂ ਨਾਲ ਗੱਲ ਕਰਦਾ। ਇਹਦੇ ਵਿੱਚ ਜਿਹੜੀ ਸਰਕਾਰ ਹੈ ਨਾ, ਸਟੇਟ ਗੌਰਮੈਂਟ, ਉਹ ਇਸ ਗੱਲ ਨੂੰ ਆਪਣੇ ਆਪ ਤੇ ਲਾਗੂ ਕਰੇ ਕਿ ਜਿੰਨੇ ਵੀ ਜ਼ਿਮੀਂਦਾਰ ਨੇ ਅਸੀਂ ਉਹਨਾਂ ਦਾ ਨਾਂ ਚੁੱਕਾਂਗੇ। ਸੈਂਟਰ ਗੌਰਮੈਂਟ ਦੀ ਪਾਲਿਸੀ ਹੁੰਦੀ ਆ, ਜਿਹੜੀ ਚੀਜ਼ ਤੁਸੀਂ 1900 ਰੁਪਏ ਲੈਂਦੇ ਹੋ ਸਰਕਾਰ ਕੋਲੋਂ, ਮੰਨ ਲਓ ਉਹ ਤੁਹਾਡੇ ਕੋਲੋਂ 1900 ਨਹੀਂ ਵਿਕੀ, ਤੁਸੀਂ 1700 ਵੇਚੀ ਹੈ ਜਾਂ 1500 ਵੇਚੀ ਹੈ ਜਾਂ 1800 ਵੇਚੀ ਹੈ, ਜਿੰਨਾ ਤੁਹਾਨੂੰ ਘਾਟਾ ਪੈਂਦਾ ਉਹ ਘਾਟਾ ਸੈਂਟਰ ਗੌਰਮੈਂਟ ਸਟੇਟ ਗੌਰਮੈਂਟ ਨੂੰ ਪੇ ਕਰਦੀ ਆ, ਔਰ ਜ਼ਿਮੀਂਦਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ। ਔਰ ਸਾਡੇ ਮਹਾਰਾਜਾ ਸਾਹਿਬ ਤੇ ਆਨੰਦ ਲੈਂਦੇ ਨੇ, 7 ਸਟਾਰ ਫਾਰਮਾਂ 'ਚ ਬੰਦੇ ਨੇ, ਆਪਣੇ ਯਾਰਾਂ ਦੋਸਤਾਂ ਨਾਲ ਮौज ਮਸਤੀ ਕਰਦੇ ਨੇ। ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਹੈ, ਨਾ ਹੀ ਕਿਸੇ ਕਿਸਾਨ ਦਾ ਫਿਕਰ ਹੈ। ਸਾਡੀ ਸਟੇਟ ਗੌਰਮੈਂਟ ਆ ਹਰਿਆਣਾ, ਸਾਡੇ ਗੁਆਂਢੀ, ਉਹ ਬਾਜਰਾ ਖਰੀਦਦੇ ਨੇ। ਬਾਜਰਾ ਖਰੀਦ ਕੇ ਆਪਣੇ ਲੋਕਾਂ ਨੂੰ ਸਸਤਾ ਦਿੰਦੇ ਨੇ। ਉਹਦੇ 'ਚ ਜਿੰਨਾ ਘਾਟਾ ਸਟੇਟ ਗੌਰਮੈਂਟ ਨੂੰ ਪੈਂਦਾ ਉਹ ਸੈਂਟਰ ਗੌਰਮੈਂਟ ਤੋਂ ਲੈਂਦੀ ਹੈ, ਤੇ ਸਟੇਟ ਗੌਰਮੈਂਟ ਸਾਡੀ ਪੰਜਾਬ ਗੌਰਮੈਂਟ ਵੀ ਲੈ ਸਕਦੀ ਹੈ ਨਾ। ਬਟ ਇਹ ਇਹੋ ਜਿਹਾ ਕੋਈ ਕੰਮ ਹੀ ਨਹੀਂ ਕਰਦੇ। ਇੱਕ ਗੱਲ ਦੱਸੋ, ਤੁਸੀਂ ਕਿਸਾਨਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਜਾਓਗੇ ਜੋ ਅੱਜ ਦੇ ਹਾਲਾਤ ਨੇ? ਮੈਂ ਕਿਹਾ ਜੀ, ਅਸੀਂ 100% ਕਾਮਯਾਬ ਹੋਵਾਂਗੇ। ਔਰ ਕਿਸਾਨ, ਜੋ ਭੋਲੇ ਭਾਲੇ ਕਿਸਾਨ ਨੇ, ਉਹ ਸਾਡੇ ਅੰਨਦਾਤਾ ਨੇ। ਜੇ ਅੱਜ ਕਿਸਾਨ ਕਿਸਾਨੀ ਨਾ ਕਰੇ ਤੇ ਅਸੀਂ ਭੁੱਖੇ ਮਰ ਜਾਾਂਗੇ, ਸਾਡੇ ਬੱਚੇ ਭੁੱਖੇ ਮਰ ਜਾਣਗੇ, ਕਿਸੇ ਨੂੰ ਕੋਈ ਅਨਾਜ ਨਹੀਂ ਮਿਲੇਗਾ। ਇਸ ਕਰਕੇ ਚੁੱਕ ਸਾਹਿਬ ਕਹਿੰਦੇ ਨੇ ਕਿ ਕਿਸਾਨ ਸਾਡਾ ਰੱਬ ਹੈ, ਤੇ ਅਸੀਂ ਕਿਸਾਨ ਦੇ ਪੈਰੀ ਹੱਥ ਲਾਵਾਂਗੇ, ਕਿਸਾਨ ਦਾ ਆਸ਼ੀਰਵਾਦ ਲੈ ਕੇ ਪੰਜਾਬ ਦੇ ਵਿੱਚ ਕਾਮਯਾਬ ਹੋ ਕੇ ਵਿਖਾਵਾਂਗੇ। ਔਰ ਸਭ ਤੋਂ ਵੱਡਾ ਮੁੱਦਾ ਹੈ ਕਿ ਜਿਹੜਾ ਇਹਨਾਂ ਨੇ 90,000 ਕਰੋੜ ਰੁਪਈਆ ਕਿਸਾਨਾਂ ਦਾ ਕਰਜ਼ਾ, ਅਸੀਂ ਉਹ ਵੀ ਇਸ਼ੂ ਲੈ ਕੇ ਸੈਂਟਰ ਗੌਰਮੈਂਟ ਨਾਲ ਡਿਸਕਸ ਕਰਕੇ ਕੋਸ਼ਿਸ਼ ਕਰਾਂਗੇ। ਅਸੀਂ ਉਹ ਕਰਜ਼ਾ ਮਾਫ ਕਰਾਉਣ ਦਾ ਵੀ ਅਸੀਂ ਉਪਰਾਲਾ ਕਰਨਾ ਕਿ ਪੰਜਾਬ ਦੇ ਲੋਕ ਇੱਕ ਵਾਰੀ ਅਸੀਂ ਫ੍ਰੀ ਕਰ ਦਈਏ ਕਰਜ਼ੇ ਤੋਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਝੂਠਿਆਂ ਦੇ ਮਗਰ ਲੱਗ ਕੇ ਕੋਈ ਗਾਂ ਤੋਂ ਆਪਣਾ ਨੁਕਸਾਨ ਨਾ ਕਰ ਸਕਣ। ਢੋਟ ਸਾਹਿਬ, ਜੇ ਤੁਸੀਂ 2022 ਦੇ ਇਲੈਕਸ਼ਨ ਤੱਕ ਕਿਸਾਨਾਂ ਨੂੰ ਨਾ ਸਮਝਾ ਪਾਏ ਨਾ, ਤੇ ਬਹੁਤ ਵੱਡੀ ਚੁਣੌਤੀ ਹੈ ਬੀਜੇਪੀ ਨੂੰ ਔਰ ਤੁਹਾਨੂੰ ਵੀ, ਕਿਉਂਕਿ ਤੁਸੀਂ ਪੰਜਾਬ 'ਚ ਸਰਕਾਰ ਬਣਾਉਣ ਦਾ ਸੁਪਨਾ ਲੈਣ ਰਹੇ ਹੋ। ਦੇਖੋ ਜੀ, ਅਸੀਂ ਸੁਪਨਾ ਨਹੀਂ ਲੈ ਰਹੇ, ਅਸੀਂ ਮਹਿਸੂਸ ਕਰ ਰਹੇ ਹਾਂ। ਕਿਉਂਕਿ ਅਸੀਂ ਤੇ ਆਪਣੇ ਆਪ ਨੂੰ ਇਸ ਕਰਕੇ ਇਹ ਸਮਝੀਏ ਕਿ ਅਸੀਂ ਨਾਕਾਮ ਹੋ ਸਕਦੇ ਹਾਂ ਕਿ ਸਾਡੇ ਬੈਕਅਪ ਤੇ ਕੁਛ ਨਾ ਹੋਵੇ। ਸਾਡੀ ਬੈਕਅਪ ਤੇ ਸਾਡੀ ਐਡੀ ਵੱਡੀ ਸੈਂਟਰਲਾਈਜ਼ ਪਾਰਟੀ ਖੜੀ ਆ, ਜਿਹੜੀ ਕਿ ਮਸੀਹਾ ਹੈ ਗਰੀਬ ਲੋਕਾਂ ਦੀ। ਅੱਜ ਤੱਕ ਗਰੀਬ ਲੋਕਾਂ ਨੂੰ ਜਿੰਨੀਆਂ ਪਾਲਿਸੀਜ਼ ਦਿੱਤੀਆਂ ਸਿਰਫ ਸਾਡੀ ਸਰਕਾਰ ਨੇ ਦਿੱਤੀਆਂ। ਕਾਂਗਰਸ ਸਰਕਾਰ ਨੇ ਅੱਜ ਤੱਕ ਕਿਸੇ ਗਰੀਬ ਨੂੰ ਕੋਈ ਦਿੱਤਾ ਤੇ ਤੁਸੀਂ ਦੱਸ ਦਿਓ। ਜਿੰਨੀਆਂ ਪਾਲਿਸੀ ਮੋਦੀ ਸਾਹਿਬ ਨੇ ਦਿੱਤੀਆਂ, ਔਰ ਮੋਦੀ ਸਾਹਿਬ ਦਾ ਹੀ ਕਹਿਣਾ ਹੈ ਕਿ ਮੈਂ ਕਿਸਾਨਾਂ ਨੂੰ ਇੰਨਾ ਕੁਝ ਦਿਆਂਗਾ ਕਿ ਇਹ ਸਾਰੀ ਜ਼ਿੰਦਗੀ ਯਾਦ ਰੱਖਣਗੇ ਕਿ ਕੋਈ ਪੀਐਮ ਆਇਆ ਸੀ ਤੇ ਉਹਨੇ ਸਾਡੇ ਬਾਰੇ ਸੋਚਿਆ। ਇਹ ਮੋਦੀ ਸਾਹਿਬ ਦਾ ਕਹਿਣਾ ਹੈ। ਬੀਜੇਪੀ ਇਕੱਲੀ ਲੜੇਗੀ 117 ਸੀਟਾਂ, ਕਿ ਅਕਾਲੀ ਦਲ ਕੋਈ 3-4 ਧੜੇ ਉਹਨਾਂ ਚੋਂ ਨਾਲ ਲੱਤਾ ਜਾਏਗਾ ਕਿਸੇ ਧੜੇ ਨੂੰ? ਇਹ ਤੇ ਪਾਰਟੀ ਲੈਵਲ ਦੇ ਫੈਸਲੇ ਜੀ। ਸਾਡੀ ਸੈਂਟਰਲ ਪਾਰਟੀ ਆ, ਜਿਹੜੀ ਇਮਾਨਦਾਰ ਪਾਰਟੀ, ਜਿਹੜੀ ਸਾਡੇ ਸਿਧਾਂਤਾਂ ਨਾਲ ਚੱਲਣ ਵਾਲੀ ਪਾਰਟੀ ਸਾਡੇ ਨਾਲ ਕੋਈ ਮਿਲਣਾ ਚਾਹੇਗੀ, ਤੇ ਸਾਡੀ ਇਹ ਤੇ ਨੈਸ਼ਨਲ ਲੀਡਰਸ਼ਿਪ ਫੈਸਲਾ ਕਰੇਗੀ ਕਿ ਅਸੀਂ ਕਿਸ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ, ਕਿ ਅਸੀਂ ਇਕੱਲੇ ਲੜਨੀ ਆ। ਇਹਦੇ 'ਚ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ। ਢੋਟ ਸਾਹਿਬ, ਮੇਰਾ ਅਖੀਰਲਾ ਸਵਾਲ ਹੈ, ਯੂਪੀ ਦੇ ਵਿੱਚ ਜੋ ਅੱਜ ਹੋਇਆ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਯੋਗੀ ਜੀ ਤੁਹਾਡੇ ਕਿੱਥੇ ਖੜੇ ਨੇ? ਦੇਖੋ ਜੀ, ਜਿੰਨਾ ਕੁਇਕ ਐਕਸ਼ਨ ਯੋਗੀ ਜੀ ਨੇ ਕੀਤਾ, ਮੈਂ ਕਹਿੰਦਾ ਇਹੋ ਜਿਹੇ ਸੀਐਮ ਹਰ ਸਟੇਟ 'ਚ ਹੋਣ। ਇੰਨੇ ਇਮਾਨਦਾਰ ਔਰ ਇੰਨੇ ਐਕਟਿਵ, ਜਿਨ੍ਹਾਂ ਨੂੰ ਆਪਣੀ ਕੋਈ ਸ਼ੋਹਰਤ ਜਾਂ ਆਪਣਾ ਕੋਈ ਘੁੰਮਣ ਫਿਰਨ ਦਾ ਕੋਈ ਲਾਲਚ ਨਹੀਂ ਹੈ, 24 ਘੰਟੇ ਕੰਮ ਕਰਨ ਦੇ ਨੇ, ਲੋਕਾਂ ਦੇ ਵਿੱਚ ਖੜੇ ਨੇ। ਦੇਖੋ ਜੀ, ਸੀਐਮ ਐਡੇ ਛੋਟੇ ਲੈਵਲ ਤੇ ਤੁਹਾਨੂੰ ਪਤਾ ਇਨਵੋਲਵ ਨਹੀਂ ਹੁੰਦਾ, ਬਟ ਉਹਨਾਂ ਨੇ ਮੈਜਿਸਟਰੇਟ ਲੈਵਲ ਤੱਕ ਉਹਨਾਂ ਨੇ ਸਸਪੈਂਡ ਕਰਤੇ ਨੇ 5 ਆਫੀਸਰਸ ਤੇ। ਮਤਲਬ ਇਹ ਨਹੀਂ ਕਿ ਕਿਸੇ ਨੂੰ ਕਸੂਰ ਕਿਸੇ ਦਾ ਤੇ ਕਿਸੇ ਨੂੰ ਸਜ਼ਾ ਦੇ ਦਿਓ। ਉਹਨਾਂ ਨੇ ਜਿੰਨੇ ਕੰਸਰਨ ਬੰਦੇ ਸੀ, ਇੱਥੋਂ ਤੱਕ ਕਿ ਡਿਸਟ੍ਰਿਕਟ ਮੈਜਿਸਟਰੇਟ ਤੱਕ ਵੀ ਉਹਨਾਂ ਨੇ 5 ਬੰਦਿਆਂ ਨੂੰ ਸਸਪੈਂਡ ਕਰਤਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਜਿਹੜਾ ਰੇਪ ਦਾ ਮੈਟਰ ਹੈ, ਛੋਟਾ ਨਹੀਂ ਹੈ ਜੇ ਆਪਾਂ ਨੂੰ ਮਹਿਸੂਸ ਕਰੀਏ ਤੇ। ਪਹਿਲਾਂ ਲੋਕ ਤੇ ਕਹਿੰਦੇ ਨੇ ਇਹ ਕੰਮ ਹੁੰਦੇ ਹੀ ਰਹਿੰਦੇ ਆ, ਪਰ ਸਾਡੀਆਂ ਧੀਆਂ ਨੇ। ਮੈਂ ਬੇਨਤੀ ਕਰਦਾ ਜੀ, ਉਹਨਾਂ ਨੇ ਇਹਦੀ ਜਾਂਚ ਸੀਬੀਆਈ ਨੂੰ ਦੇਤੀ ਹੈ। ਨਹੀਂ ਤੇ ਤੁਹਾਨੂੰ ਪਤਾ ਵੱਡੇ ਵੱਡੇ ਲੋਕ ਸੀਬੀਆਈ ਦੇ ਫੈਸਲੇ ਹੁੰਦੇ ਆ। ਇਹ ਇੱਕ ਸਾਡੀ ਮਾਸੂਮ ਬੱਚੀ ਸੀ, ਉਸ ਦੀ ਉਹਨਾਂ ਨੇ ਜਾਂਚ ਸੀਬੀਆਈ ਨੂੰ ਦੇਤੀ ਆ, ਔਰ ਇਹਦਾ ਨਿਰਪੱਖ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਊਗਾ। 2:30 ਵਜੇ ਸੰਸਕਾਰ ਕੀਤਾ ਗਿਆ ਹੈ ਉੱਥੇ ਯੂਪੀ 'ਚ, ਔਰ ਲੋਕੀ ਕੁਰਲਾ ਉੱਠੇ ਨੇ। ਲੱਗਦਾ ਨਹੀਂ ਕਿ ਇਹਦਾ ਖਮਾਜਾ ਭੁਗਤਣਾ ਪਏਗਾ ਮਹਾਰਾਜ ਜੀ। ਨਾ ਦੋਸ਼ੀਆਂ ਨੂੰ ਸਜ਼ਾ ਮਿਲੀ। ਦੇਖੋ ਜੀ, ਉਹ ਤੇ ਜਿਹੜੇ ਆਫੀਸਰ ਨੇ ਸੰਸਕਾਰ ਕਰਵਾਇਆ ਸੀ, ਉਹ ਤੇ ਸਸਪੈਂਡ ਹੋ ਗਿਆ ਜੀ। ਤੁਹਾਡੇ ਸਾਹਮਣੇ ਉਹਨਾਂ ਨੇ ਕਾਰਵਾਈ ਕਰਤੀ, ਉਹਨਾਂ ਤੇ ਤੁਹਾਡੇ ਸਾਹਮਣੇ ਆ ਚੁੱਕੀ ਹੈ ਗੱਲ। ਔਰ ਜਿਨ੍ਹਾਂ ਨੇ ਕੀਤਾ, ਉਹਨਾਂ ਦੇ ਫੈਮਿਲੀ ਮੈਂਬਰ ਜੋਗੀ ਰਾਜ ਜੀ ਨਾਲ ਫੋਟੋਆਂ ਨੇ, ਗੋਲੇ ਮਾਰ ਕੇ ਦਿਖਾ ਰਹੇ ਨੇ ਕਿ ਇਹ ਦੇਖੋ ਉਹਦੇ ਫਾਦਰ ਹੈ, ਉਹਦੇ ਕੌਣ ਹੈ। ਮੈਂ ਤੁਹਾਨੂੰ ਦੱਸ ਰਿਹਾ ਜੀ, ਜਿਹੜੇ ਸੀਐਮ ਨੇ ਨਾ, ਉਹ ਪਬਲਿਕ ਫਿਗਰ ਨੇ। ਪਬਲਿਕ ਦੇ ਵਿੱਚ ਰੂਟੀਨ 'ਚ ਅਸੀਂ ਕੌਂਸਲਰ, ਅਸੀਂ ਕਿਤੇ ਜਾਂਦੇ ਆ, ਸਾਡੇ ਨਾਲ ਲੋਕ ਫੋਟੋਆਂ ਖਿਚਾਉਂਦੇ ਆ।
ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਉਹ ਵੱਡੇ ਲੋਕਾਂ ਨਾਲ ਫੋਟੋਆਂ ਖਿਚਾ ਕੇ ਲੋਕਾਂ ਨੂੰ ਵਿਖਾ ਕੇ ਭ੍ਰਮਿਤ ਕਰਦੇ ਨੇ, ਪਰ ਜੋਗੀ ਜੀ ਨੇ ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਨਾ। ਜੋਗੀ ਜੀ ਦੀ ਕਿਤੇ ਇਨਵੋਲਵਮੈਂਟ ਨਹੀਂ ਆਣੀ, ਨਾ ਸਾਡੀ ਪਾਰਟੀ ਦੇ ਕਿਸੇ ਬੰਦੇ ਦੀ ਇਨਵੋਲਵਮੈਂਟ ਆਣੀ ਹੈ। ਜਿਹੜੇ ਬੰਦੇ ਉੱਥੇ, ਕਿਉਂਕਿ ਪੁਰਾਣੇ ਇੰਨੇ ਸਾਲਾਂ ਤੋਂ ਲੋਕਾਂ ਦੀਆਂ ਆਦਤਾਂ ਵਿਗੜੀਆਂ ਹੋਈਆਂ ਨੇ, ਜਿੱਥੇ ਜੰਗਲ ਰਾਜ ਰਿਹਾ ਹੋਵੇ ਇੰਨੇ ਸਾਲ, ਤੇ ਅਜੇ ਤੇ ਸਾਨੂੰ 2-3 ਸਾਲ ਹੀ ਹੋਏ ਜੀ ਉੱਥੇ ਆਇਆ, ਤੇ ਐਡੀ ਛੇਤੀ ਕਿਸੇ ਦੀਆਂ ਆਦਤਾਂ ਸੁਧਾਰਨੀਆਂ ਤੁਹਾਨੂੰ ਪਤਾ ਸੌਖਾ ਕੰਮ ਨਹੀਂ ਹੈ। ਪਰ ਫਿਰ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਕਿ ਇਹ ਲੋਕ ਪਾਣਗੇ ਯੋਗੀ ਰਾਜ ਜੀ ਉੱਥੇ। ਮੈਂ ਕਿਹਾ ਜੀ ਤੁਹਾਡੇ ਸਾਹਮਣੇ ਉਹਨਾਂ ਨੇ ਕਿੰਨੀ ਗੁੰਡਾ ਰਾਜ ਤੋਂ ਉੱਥੇ ਘੱਟ ਕੀਤਾ, ਕਿੰਨੀ ਗੁੰਡਾਗਰਦੀ ਘੱਟ ਕੀਤੀ ਤੁਹਾਡੇ ਸਾਹਮਣੇ। ਪਿੱਛੇ ਜਿਹੜਾ ਉਹ ਗੈਂਗਸਟਰ ਹੈਗਾ ਸੀ ਉਹਨੂੰ ਵੀ ਉਹਨਾਂ ਨੇ ਕਿੱਦਾਂ ਘੇਰਿਆ, ਤੁਹਾਡੇ ਸਾਹਮਣੇ ਇਹ ਸਾਰਾ ਕੁਝ। ਉਹਨਾਂ ਦੀ ਕਾਰਵਾਈ ਤੇ ਮੇਰਾ ਖਿਆਲ ਹੈ ਕੋਈ ਸ਼ੱਕ ਨਹੀਂ ਕਰੇਗਾ। ਟੋਟ ਸਾਹਿਬ, ਆਪਾਂ ਆਪਣੇ ਹਲਕੇ ਦੀ ਕਰੀਏ, ਸਾਊਥ ਹਲਕੇ ਦੀ ਗੱਲ। ਚੁਣੌਤੀ ਆ ਬਹੁਤ ਵੱਡੀ। ਜੇ ਤੁਸੀਂ ਅੱਜ ਤੋਂ ਵੀ ਮੀਟਿੰਗਾਂ ਸ਼ੁਰੂ ਕਰੋ ਨਾ ਤੇ 8-10 ਮਹੀਨੇ ਸਾਲ ਤੁਹਾਨੂੰ ਲੱਗ ਜਾਣਾ। ਤੁਹਾਨੂੰ ਲੱਗਦਾ ਕਿ ਆਪਣਾ ਹਲਕਾ ਸਾਰਾ ਤੁਸੀਂ ਦੇਖ ਲਓਗੇ 1 ਸਾਲ 'ਚ? ਦੇਖੋ ਜੀ, ਜਿਹੜੀ ਤੁਹਾਡੀ ਗੱਲ ਆ ਨਾ ਅੱਜ ਤੋਂ ਵੇਖਣ ਦੀ, ਇਹ ਤੇ ਪਾਰਟੀ ਦਾ ਹੁਕਮ ਹੋਏਗਾ ਕਿ ਕਿੰਨੇ ਕੀ ਕਰਨਾ। ਤੁਸੀਂ ਕਿਹਾ ਮੈਨੂੰ ਪਾਰਟੀ ਨੇ, ਮੈਂ ਤੁਹਾਨੂੰ ਦੱਸ ਰਿਹਾ ਜੀ, ਪਾਰਟੀ ਨੇ ਇਸ਼ਾਰਾ ਕੀਤਾ। ਪਾਰਟੀ ਨੇ ਸਾਨੂੰ ਗਠਬੰਧਨ, ਸਾਡੀ ਜਿਹੜੀ ਗਠਬੰਧਨ ਦੇ ਵਿੱਚ ਕੰਮ ਕਰਨ ਦੀ ਡਿਊਟੀ ਲਾਈ ਸੀ ਕਿ ਆਪਣੇ ਵਰਕਰ ਨੂੰ ਖੜਾ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੀ ਤਨ ਮਨ ਧਨ ਦੇ ਨਾਲ ਹਲਕੇ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਕਰਦੇ ਰਹਾਂਗੇ, ਔਰ ਆਪਣੀ ਬੀਜੇਪੀ ਦੇ ਵਿੱਚ ਸਾਡਾ ਵਰਕਰ ਪੂਰੇ ਸਟਰੋਂਗ ਤਰੀਕੇ ਨਾਲ ਖੜਾ ਹੋਏਗਾ। ਅਕਾਲੀ ਦਲ ਨੇ ਬੀਜੇਪੀ ਨੂੰ ਛੱਡਿਆ ਹੋਇਆ ਔਰ ਸਿੱਖ ਚਿਹਰੇ ਜਿਹੜੇ ਨੇ ਬੀਜੇਪੀ 'ਚ, ਉਹ ਬੀਜੇਪੀ ਭਾਲਦੀ ਵੀ ਪਈ ਹੈ ਕਿ ਸਿੱਖ ਚਿਹਰੇ ਵਧੀਆ ਤੋਂ ਵਧੀਆ ਇਮਾਨਦਾਰ ਲੋਕ ਅੱਗੇ ਆਉਣ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਮਿਹਨਤ ਕਰਕੇ MLA ਬਣਦੇ ਹੋ ਤੇ ਵੱਡੇ ਅਹੁਦਿਆਂ 'ਤੇ ਹੋ ਸਕਦਾ ਤੁਹਾਨੂੰ ਨਵਾਜਿਆ ਜਾਵੇ, ਮੰਤਰੀ ਬਣ ਸਕਦੇ ਹੋ ਤੁਸੀਂ। ਦੇਖੋ ਜੀ, ਅਸੀਂ ਕਦੀ ਸੋਚ ਨਹੀਂ ਰੱਖੀ, ਮੈਂ ਤੁਹਾਨੂੰ ਸਾਫ਼ ਦੱਸਾਂ, ਮੈਂ ਕਦੀ ਸੋਚ ਨਹੀਂ ਰੱਖਦਾ ਕਿ ਮੈਂ MLA ਬਣਨਾ, ਮੈਂ ਮੇਅਰ ਬਣਨਾ। ਸਾਨੂੰ ਇੰਨਾ ਹੈਗਾ ਕਿ ਅਸੀਂ ਸੰਗਤ ਦੀ ਆਸ਼ੀਰਵਾਦ ਨਾਲ ਕੁਝ ਬਣਨਾ। ਜੋ ਮਹਾਰਾਜ ਸੰਗਤਾਂ ਚਾਹੁੰਦੀਆਂ ਹੋਣਗੀਆਂ ਸਾਨੂੰ ਜਿਹੜੀ ਕੁਰਸੀ ਤੇ ਬਿਠਾਉਣਾ, ਔਰ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਜੋ ਕਿ ਬਹੁਤ ਹੀ ਵਧੀਆ ਤੇ ਇਮਾਨਦਾਰ ਵਰਕਰਾਂ ਦਾ ਮਾਨ ਸਨਮਾਨ ਵਧਾਉਂਦੀ ਆ, ਜਿਹੜੀ ਥਾਂ ਤੇ ਸਾਡੀ ਡਿਊਟੀ ਲਾਉਣਗੇ, ਸਾਡੀ ਸੇਵਾ ਲਾਉਣਗੇ, ਅਸੀਂ ਕਰਦੇ ਰਹਾਂਗੇ। ਔਰ ਜਿਹੜੀ ਤੁਸੀਂ ਗੱਲ ਕਹੀ ਆ ਕਿ 1 ਸਾਲ ਲੱਗਣਾ, ਉਹ ਉਸ ਲਈ ਹੁੰਦਾ ਕਿ ਜਿਹੜਾ ਕੋਈ ਬੰਦਾ ਬਾਹਰੋਂ ਆ ਕੇ ਕਿਤੇ ਇਲੈਕਸ਼ਨ ਲੜਦਾ। ਮੇਰਾ ਤੇ ਸ਼ੁਰੂ ਤੋਂ ਅਸੀਂ ਜੰਪਲ ਅੰਮ੍ਰਿਤਸਰ ਦੇ ਆ, ਅਸੀਂ ਸਾਰੇ ਸ਼ਹਿਰ ਦੇ ਵਿੱਚ ਵਿਚਰਦੇ ਆ, ਸਾਰੇ ਸ਼ਹਿਰ ਦੇ ਵਿੱਚ ਸਾਡਾ ਪ੍ਰੇਮ ਪਿਆਰ ਆ, ਸਾਡੇ ਰਿਸ਼ਤੇਦਾਰ ਨੇ, ਸਾਡੇ ਸੱਜਣ ਮਿੱਤਰ ਨੇ, ਸਾਡੇ ਕਲਾਸ ਫੈਲੋਜ਼ ਨੇ, ਔਰ ਸਾਡੀ ਬਰਾਦਰੀ ਦੀ ਬਹੁਤ ਵੱਡੀ ਵੋਟ ਆ ਉੱਥੇ। ਔਰ ਖਾਸ ਕਰਕੇ ਜਿਹੜੀ BC ਵੋਟ ਹੈ ਉਹ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ, ਤੇ ਸਾਡਾ ਭਾਈਚਾਰਾ, ਸਾਡੀਆਂ ਬਰਾਦਰੀਆਂ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੇ, ਤੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਇਹ ਮਹਾਰਾਜ ਕਿਰਪਾ ਕਰਨ ਤੇ ਆਪਾਂ ਬਹੁਤ ਵਧੀਆ ਕਾਮਯਾਬੀ ਹਾਸਲ ਕਰਕੇ ਪਾਰਟੀ ਦਾ ਮਾਣ ਵਧਾਵਾਂਗੇ। ਟੋਟ ਸਾਹਿਬ, ਤੁਸੀਂ ਗੱਲ ਕੀਤੀ ਹੈ ਆਪਾਂ ਸੋਚ ਨਹੀਂ ਰੱਖੀ ਉੱਚੇ ਅਹੁਦੇ ਤੇ ਜਾਣ ਦੀ। 2 ਵਾਰੀ ਤੁਸੀਂ ਕੌਂਸਲਰ ਬਣੇ ਹੋ, ਉਸ ਤੋਂ ਬਾਅਦ ਸਾਊਥ ਹਲਕੇ ਦੀ ਤਿਆਰੀ ਹੈ। ਖੁਆਇਸ਼ਾਂ ਤੇ ਹੁੰਦੀਆਂ ਨੇ ਮਨ 'ਚ, ਹੋ ਸਕਦਾ ਤੁਸੀਂ ਅੰਮ੍ਰਿਤਸਰ ਪੇਜ ਦੇ ਰਾਹੀਂ ਉਹ ਗੱਲ ਨਾ ਕਰ ਸਕਦੇ ਹੋ, ਲੇਕਿਨ ਤੁਸੀਂ ਇੱਕ ਗੱਲ ਨੂੰ ਮੰਨ ਕੇ ਚੱਲੋ ਕਿ ਚੁਣੌਤੀ ਹੈ ਬਹੁਤ ਵੱਡੀ। ਜੇ ਆਪਾਂ ਕਿਸਾਨਾਂ ਨੂੰ ਨਾ ਸਮਝਾ ਪਾਏ ਤੇ ਮੁਸ਼ਕਲ ਆ ਸਕਦੀ ਹੈ। ਤੁਸੀਂ ਵਾਲੇ ਸਾਹਿਬ ਕਿਉਂ ਨਰਵਸ ਹੁੰਦੇ ਇਸ ਗੱਲ ਤੋਂ? ਤੁਸੀਂ ਮੈਂ nervous ਮੇਰੀ ਨਹੀਂ ਹੋ ਰਿਹਾ, ਬੇਨਤੀ ਮੈਂ ਸੁਣੋ, ਤੁਹਾਨੂੰ ਪੁੱਛਣਾ ਤੁਸੀਂ ਚਾਹੁੰਦਾ। ਅੰਮ੍ਰਿਤਸਰ ਪੇਜ ਦੇ MD ਹੋ ਤੇ ਤੁਸੀਂ ਇੰਨਾ ਮਹਿਸੂਸ ਕਰ ਰਹੇ ਹੋ ਚੁਣੌਤੀ ਆ, ਤੇ ਸਾਡੀ ਭਾਰਤੀ ਜਨਤਾ ਪਾਰਟੀ ਜੋ ਦੇਸ਼ ਦੇ ਵਿੱਚ ਸੇਵਾ ਕਰ ਰਹੀ ਹੈ ਉਸ ਨੂੰ ਕਿੰਨਾ ਫਿਕਰ ਹੋਏਗਾ। ਮੈਂ ਤੁਹਾਨੂੰ ਬੇਨਤੀ ਕੀਤੀ ਪਹਿਲਾਂ ਵੀ ਕਿ ਸਾਡੇ PM ਸਾਹਿਬ ਹੋ ਸਕਦਾ ਕਿ ਪੰਜਾਬ ਦੇ ਪੂਰੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇਣ, ਕਿਸਾਨਾਂ ਨੂੰ ਜਿੰਨੀਆਂ ਮੁਸ਼ਕਲਾਂ ਆ ਰਹੀਆਂ ਉਹ ਸਾਰੀਆਂ ਹੱਲ ਕਰ ਦੇਣ। ਤੁਸੀਂ ਵੇਖਦੇ ਰਹਿਣਾ ਕਿ ਮੇਰੇ ਵੱਡੇ ਭਰਾ ਨੇ ਸ਼੍ਰੀ ਤਰਨ ਚੁੱਗ ਜੀ, ਸਰਦਾਰ RP ਸਿੰਘ ਜੀ ਦਿੱਲੀ ਤੋਂ ਸਪੋਕਸਮੈਨ ਜਿਨ੍ਹਾਂ ਨੂੰ ਉਹਨਾਂ ਨੇ ਅਨਾਉਂਸ ਕੀਤਾ, ਸੈਕਟਰੀ ਨੇ, ਮੈਨੂੰ ਉਹਨਾਂ ਨੇ ਪਰਸਨਲ ਲੈਵਲ ਤੇ ਦੱਸਿਆ ਕਿ ਮੋਦੀ ਸਾਹਿਬ ਕਹਿੰਦੇ ਜਿੰਨਾ ਰੌਲਾ ਪਾ ਰਹੇ ਨੇ ਗਲਤ ਪਾ ਰਹੇ ਨੇ। ਮੈਨੂੰ ਦੁੱਖ ਹੈ ਕਿ ਮੈਂ ਉਹਨਾਂ ਦਾ ਮਕਸਦ ਕਿਸਾਨਾਂ ਨੂੰ ਖੁਸ਼ ਕਰਨਾ ਹੈ। ਤੁਸੀਂ ਕਿਸੇ ਆੜਤੀ ਆਪਣੇ ਸੱਜਣ ਤੋਂ ਪੁੱਛੋ, 8.5% ਕਮਿਸ਼ਨ ਹੈ ਆੜਤੀਏ ਦੀ, ਤੇ ਉਸ ਤੋਂ ਬਾਅਦ ਜਿਹੜੀ ਕਾਟ ਕੱਟਦੇ ਨੇ, ਜਿਹੜਾ ਮਾਲ ਸੁੱਕ ਗਿਆ ਗਿੱਲਾ ਕਾਟਾਂ ਮਾਰਦੇ ਨੇ, ਉਹ ਸਾਰੇ ਜੱਟ ਦੇ ਜੇਬ ਚੋਂ ਨਿਕਲ ਕੇ ਆੜਤੀ ਦੇ ਜੇਬ 'ਚ ਜਾਂਦੀਆਂ। ਤੇ ਜਦੋਂ 10% ਦਾ ਫਾਇਦਾ ਜਿਹੜੇ ਕਿਸਾਨ ਦੀ ਲੱਖ ਰੁਪਏ ਦੀ ਫਸਲ ਆ ਉਹਦੀ 1,10,000 ਦੀ ਹੋ ਗਈ, ਤੇ ਕਿਹਨੂੰ ਫਾਇਦਾ ਜੀ ਦੱਸੋ? ਇਸ ਕਰਕੇ ਇਸ ਸਿਸਟਮ ਨੂੰ ਖਰਾਬ ਕਰਨ ਦੇ ਲਈ ਓਪੋਜੀਸ਼ਨਾਂ ਰਲ ਕੇ ਇਹ ਸਿਸਟਮ ਬਣਾ ਰਹੀਆਂ। ਗਰੀਬ ਭੋਲਾ ਭਾਲਾ ਜਿਹੜਾ ਕਿਸਾਨ ਆ ਉਹਨੂੰ ਕੁਛ ਨਹੀਂ ਪਤਾ, ਉਹਨੂੰ ਗੁੰਮਰਾਹ ਕੀਤਾ ਜਾ ਰਿਹਾ। ਤੁਹਾਨੂੰ ਪਤਾ ਜਿਹੜਾ ਝੂਠ ਹੁੰਦਾ ਨਾ, ਝੂਠ ਦੀ ਉਮਰ ਨਹੀਂ ਹੁੰਦੀ। ਝੂਠ 2 4 5 ਦਿਨ 10 ਦਿਨ ਜਾਂ 2 ਮਹੀਨੇ ਬਾਅਦ ਤੋਂ ਬਾਅਦ, ਮੈਂ ਕਹਿੰਦਾ 6 ਮਹੀਨੇ ਤੋਂ ਵੱਡਾ ਝੂਠ ਨਹੀਂ ਚੱਲਦਾ। ਇਸ ਕਰਕੇ ਬਹੁਤ ਵਧੀਆ ਸਮਾਂ ਆ ਰਿਹਾ, ਔਰ ਜਿਹੜਾ ਅਕਾਲੀ ਦਲ ਨੇ ਸਾਡੇ ਨਾਲ ਗਠਬੰਧਨ ਤੋੜਿਆ ਹੈ, ਮਹਿਸੂਸ ਕਰਨਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆ। ਸਾਡੇ ਵਰਕਰਾਂ ਨੇ ਖੁਸ਼ੀ ਮਹਿਸੂਸ ਕੀਤੀ ਆ ਕਿ ਸਾਡੇ ਤੋਂ ਜਿਹੜੀ ਹੈ ਜਲਾਲਤ ਲੱਗੀ ਹੋਈ ਸੀ ਲਾਂਤਾਂ ਦੀ, ਸਾਡੇ ਤੋਂ ਨਿਕਲ ਗਈ। ਅਸੀਂ ਹੁਣ ਆਜ਼ਾਦ ਹਾਂ, ਅਸੀਂ ਆਪਣੇ ਖੁਸ਼ੀ ਨਾਲ ਕੰਮ ਕਰਾਂਗੇ। ਟੋਟ ਸਾਹਿਬ, ਮੀਡੀਆ ਦਾ ਤੇ ਕੰਮ ਆ ਅੰਮ੍ਰਿਤਸਰ ਦੇ ਪੇਜ ਦੇ ਰਾਹੀਂ ਲੋਕਾਂ ਨੂੰ ਅਗਾਹ ਕਰਨਾ, ਜਾਗਰੂਕ ਕਰਨਾ, ਕਿਉਂਕਿ ਅਸੀਂ ਸ਼ੁਰੂ ਤੋਂ, ਮੈਨੂੰ 29-30 ਸਾਲ ਹੋ ਗਏ ਨੇ ਜਰਨਲਿਜ਼ਮ 'ਚ। ਮੈਂ ਤੇ ਕੋਈ ਮੇਰਾ ਭੈਣ ਭਰਾ ਕੋਈ ਅੱਗੇ ਵੱਧਦਾ ਤੇ ਮੈਨੂੰ ਖੁਸ਼ੀ ਹੈ, ਲੇਕਿਨ ਮੈਂ ਨਾਲੋਂ ਨਾਲ ਦੱਸੀ ਜਾਂਦਾ ਚੁਣੌਤੀਆਂ ਦਾ ਮਤਲਬ ਹੈ ਕਿ ਅਵੇਅਰ ਹੋ ਜਾਓ। ਅਸੀਂ ਅੰਮ੍ਰਿਤਸਰ ਪੇਜ ਦੇ ਰਾਹੀਂ ਅਵੇਅਰ ਹੀ ਕਰਦੇ ਹਾਂ ਲੋਕਾਂ ਨੂੰ
3 ਦਿਨ ਪਹਿਲਾਂ ਛੋਟਾ ਜਿਹਾ ਝਗੜਾ ਹੋਇਆ ਸੀ ਕਾਂਗਰਸ ਦਾ ਤੇ ਬੀਜੇਪੀ ਦਾ, ਔਰ ਪਰਚੇ ਦਰਜ ਹੋਏ ਨੇ ਜਨਾਬ। ਕੀ ਕੀਤਾ ਪਾਰਟੀ ਨੇ? ਬੰਦਿਆਂ ਦੇ ਪਰਚੇ ਦਰਜ ਨਹੀਂ ਹੋਏ, ਉਹ ਪਾਰਟੀ ਦੇ ਪਰਚੇ ਦਰਜ ਨੇ। ਦੇਖੋ ਜੀ, ਇਹ ਤੇ ਪੋਲੀਟੀਕਲ ਪਾਰਟੀਆਂ ਉਹਦੇ ਆਪਣੀ ਪਾਵਰ ਦਾ ਦੁਰਉਪਯੋਗ ਕਰ ਰਹੀ ਹੈ। ਮੈਂ ਤੇ ਉਸ ਦਿਨ ਵੀ ਤੁਹਾਡੇ ਤੋਂ ਪਹਿਲਾਂ ਮੇਰੇ ਇੱਕ ਸੱਜਣ ਨੇ, ਉਹਨਾਂ ਨੇ 2 ਦਿਨ ਪਹਿਲਾਂ ਮੇਰੀ ਬਾਈਟ ਲਈ ਸੀ। ਉਹਨਾਂ ਨੂੰ ਵੀ ਮੈਂ ਕਿਹਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਕੋਲ ਪਾਵਰ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ। ਇਹ ਨਹੀਂ ਹੈ ਕਿ ਦੂਸਰੀ ਪਾਰਟੀ ਤੇ ਝੂਠੇ ਪਰਚੇ ਕਰਾਈਏ। ਹੁਣ ਤੁਸੀਂ ਦੱਸੋ ਕਿ ਉਹ ਬੰਦੇ ਸਾਡੇ ਬੀਜੇਪੀ ਆਫਿਸ ਤੇ ਜਿਹਨੂੰ ਅਸੀਂ ਮੱਥਾ ਟੇਕਦੇ ਸਾਰੇ ਜਾਣੇ, ਉੱਥੇ ਤਾਲਾ ਮਾਰਨ, ਉੱਥੇ ਆ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨ, ਟਾਇਰ ਸਾੜ ਕੇ ਅੰਦਰ ਪੁੱਛਣ, ਜੇ ਉੱਥੇ ਕੋਈ ਮਾਲੀ ਨੁਕਸਾਨ ਹੋਵੇਗਾ ਕੌਣ ਜ਼ਿੰਮੇਵਾਰ ਹੈ ਜੀ? ਫਿਰ ਅਸੀਂ ਕੋਈ ਕੀ ਕਹਿੰਦੇ ਆ ਪੋਲੀਟੀਕਲ ਮਾਰਚ ਨਹੀਂ ਕੱਢਿਆ, ਕੋਈ ਰੋਸ ਮਾਰਚ ਨਹੀਂ ਕੱਢਿਆ। ਚੌਕ ਸਾਹਿਬ ਮੱਥਾ ਟੇਕਣ ਜਾ ਰਹੇ ਨੇ, ਸ਼ੀਤਲਾ ਮੰਦਿਰ, ਦੁਰਗਿਆਣਾ ਮੰਦਿਰ, ਉਸ ਤੋਂ ਬਾਅਦ ਹਰਿਮੰਦਰ ਸਾਹਿਬ ਹੋਣਾ। ਉਸ ਰਾਹ ਦੇ ਵਿੱਚ ਝੰਡੀਆਂ ਵਿਖਾਉਣ ਦਾ ਕੋਈ ਮਕਸਦ ਹੈਗਾ? ਦੱਸੋ। ਨਹੀਂ, ਫਿਰ ਦੇਖੋ ਵਿਰੋਧ ਕਰ ਸਕਦੀ ਹੈ ਪਾਰਟੀ, ਵਿਰੋਧ ਮੈਂ ਵਿਰੋਧ ਕਰਨਾ ਕੋਈ ਗੁਨਾਹ ਵਿਰੋਧ ਨਹੀਂ। ਕਰੋ। ਜੇ ਅਸੀਂ ਪੋਲੀਟੀਕਲ ਗੱਲ ਕਰ ਰਹੇ ਹਾਂ, ਪੋਲੀਟੀਕਲ ਮਾਰਚ ਕਰ ਰਹੇ ਹਾਂ, ਜਦੋਂ ਪਤਾ ਕਿ ਯਾਰ ਇੱਕ ਬੰਦਾ ਮਹਾਰਾਜ ਦਾ ਆਸ਼ੀਰਵਾਦ ਲੈਣ ਜਾ ਰਿਹਾ, ਉਹਦੇ ਵਿੱਚ ਵਿਰੋਧ ਕਰੋਗੇ। ਜਦੋਂ ਆਪਾਂ ਧਾਰਮਿਕ ਭਾਵਨਾ ਨਾਲ ਕਿਤੇ ਤੁਰੇ ਜਾ ਰਹੇ ਹਾਂ, ਉਦੋਂ ਸਾਨੂੰ ਕੋਈ ਛੇੜੇਗਾ ਤੇ ਕਿਸੇ ਕੋਲੋਂ ਵੀ ਕੁਝ ਤੁਸੀਂ ਵੇਖੋ, ਉਹ ਬੰਦਾ ਕਹਿੰਦਾ ਮੈਨੂੰ ਦਾਤਰ ਮਾਰੇ। ਸਾਰੀ ਵੀਡੀਓ ਵੇਖੋ, ਤੁਹਾਡੇ ਕੋਲ ਵੀ ਆ, ਮੈਂ ਅੰਮ੍ਰਿਤਸਰ ਨਿਊਜ਼ ਤੇ ਵੇਖੀ ਤੁਹਾਡੇ, ਕਿ ਉਹ ਜਿਹੜੇ ਮੁੰਡਿਆਂ ਕੋਲ ਝੰਡੇ ਸੀ, ਉਹ ਝੰਡਾ ਹੀ ਵੱਜਾ, ਉਹਦੇ ਝੰਡੇ ਵਾਲਾ ਡੰਡਾ ਵੱਜਾ। ਔਰ ਉਸ ਤੋਂ ਬਾਅਦ ਕੋਈ ਲੜਾਈ ਨਾ, ਸਾਡੇ ਬੰਦੇ, ਅਸੀਂ ਕੋਈ ਲੜਨ ਥੋੜੀ ਜਾ ਰਹੇ ਸੀ, ਅਸੀਂ ਕਿਤੇ ਅਟੈਕ ਕਰਨ ਜਾ ਰਹੇ ਹਾਂ। ਉਹ ਬੰਦਾ ਆਪਣੀ ਝੂਠੀ ਸ਼ੋਹਰਤ ਹਾਸਲ ਕਰਨ ਵਾਸਤੇ, ਉਹ ਨਵੇਂ ਬੱਚੇ ਉੱਠੇ ਨੇ ਕਿ ਅਸੀਂ ਵੱਡੇ ਲੀਡਰ ਦਾ ਵਿਰੋਧ ਕਰਾਂਗੇ ਤੇ ਅਸੀਂ ਵੱਡੇ ਬਣ ਜਾਾਂਗੇ। ਵੱਡਾ ਆਪਣੇ ਚੰਗੇ ਕੰਮਾਂ ਨਾਲ ਬੰਦਾ ਵੱਡਾ ਬਣਦਾ, ਵਿਰੋਧ 'ਚ ਕਦੀ ਕੋਈ ਵੱਡਾ ਲੀਡਰ ਨਹੀਂ ਬਣਦਾ। ਡਾਕਟਰ ਸਾਹਿਬ, ਛੋਟੀ ਜਿਹੀ ਗੱਲ ਪੁੱਛ ਰਿਹਾ, ਪਾਰਟੀ ਦਾ ਕਿੱਥੇ ਸਟੈਂਡ ਹੈ ਅੱਜ? ਪਾਰਟੀ ਕੀ ਕਰੇਗੀ? ਪਾਰਟੀ ਆਪਣੇ ਵਰਕਰ ਦੇ ਨਾਲ ਖੜੀ ਹੈ। ਪਾਰਟੀ ਦੀ ਚੌਕ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਹੈ। ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸਨ ਦਿੱਤਾ ਕਿ ਚੌਕ ਸਾਹਿਬ ਵੀ ਆਰ ਰਿਸਪੌਂਸੀਬਲ, ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਰੱਖਾਂਗੇ। ਉਹਨਾਂ ਨੇ ਸਾਡੇ ਬੀਜੇਪੀ ਆਫਿਸ ਸਿਕਿਉਰਿਟੀ ਲਾਤੀ ਹੈ, ਸ਼ਵੇਤ ਮਲਿਕ ਐਮਪੀ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਸਿਕਿਉਰਿਟੀ ਵਧਾਤੀ ਹੈ। ਔਰ ਉਹਨਾਂ ਨੇ ਵਿਸ਼ਵਾਸਨ ਦਿੱਤਾ ਚੌਕ ਸਾਹਿਬ ਨੂੰ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਪਾਬੰਦ ਹਾਂ, ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ। ਔਰ ਜਿਹੜਾ ਇਹ ਪਰਚਾ ਝੂਠਾ ਪਰਚਾ ਆ, ਉਹਦੀ ਵੀ ਸ਼ਾਇਦ ਤੁਸੀਂ ਵੇਖਣਾ ਕੱਲ ਮੰਡੇ ਨੂੰ ਇਨਕੁਆਇਰੀ ਵੀ ਲੱਗ ਜਾਏਗੀ। ਡਾਕਟਰ ਸਾਹਿਬ, ਅੰਮ੍ਰਿਤਸਰ ਪੇਜ ਤੇ ਰੂਬਰੂ ਹੋਏ ਹੋ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਕੰਮਾਂ ਨੂੰ ਜਾਣੂ ਕਰਵਾਇਆ, ਆਪਣੀ ਸਰਕਾਰ ਦੇ ਬਾਰੇ ਦੱਸਿਆ ਤੁਸੀਂ ਅੰਮ੍ਰਿਤਸਰ ਪੇਜ ਦੇ ਰਾਹੀਂ, ਤੁਹਾਡਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਧੰਨਵਾਦ ਤੁਹਾਡਾ ਕਿ ਤੁਸੀਂ ਆਪਣੇ ਰੁਝੇਵੇਂ ਦੇ ਵਿੱਚੋਂ ਇਸ ਛੋਟੇ ਜਿਹੇ ਸੇਵਾਦਾਰ ਨੂੰ ਆਪਣੇ ਚੈਨਲ ਤੇ ਤੁਸੀਂ ਲਿਆਂਦਾ ਹੈ। ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਜਿਹੜੀ ਕੋਈ ਮੇਰੇ ਮਨ ਦੀ ਗੱਲ ਜਾਂ ਮੇਰੇ ਪਾਰਟੀ ਦੇ ਕੋਈ ਵਿਚਾਰ ਤੁਸੀਂ ਰੱਖੇ ਹੋਣਗੇ, ਜਦੋਂ ਵੀ ਤੁਸੀਂ ਯਾਦ ਕਰੋਗੇ, ਅਸੀਂ ਹਰ ਵੇਲੇ ਅੰਮ੍ਰਿਤਸਰ ਨਿਊਜ਼ ਦੇ ਥਰੂ ਆਪਣਾ ਮੈਸੇਜ ਦੇਣ ਲਈ ਤੁਹਾਡੇ ਲਈ ਤਿਆਰ ਰਹਾਂਗੇ ਔਰ ਤੁਹਾਡਾ ਯੋਗਦਾਨ ਕਰਦੇ ਰਹਾਂਗੇ। ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜੀ ਆਇਆਂ ਨੂੰ।